ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ ਘਰ ਦੂਜਾ। ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ। ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਬਾਧੇ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ। ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਬਾਧੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਵਾਲੀ ਗਰੀਬ ਨਵਾਜ ਪਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ। ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੇ ਪਾਵਨ ਨਗੀ ਗੋਦ ਅੰਦਰ ਸਭਾਇਮਾਨ ਗੁਰੂ ਕੀ ਸਾਜੀ ਨਵਾਜੇ। ਗੁਰੂ ਰੂਪ ਖਾਲਸਾ ਸਤ ਸੰਗਤ ਜੀਓ। ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆਪ ਗੁਰਮੁਖ ਮਾਈ ਭਾਈ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਹਾਜ਼ਰ ਹੋ ਕਰਕੇ ਸਤਿਗੁਰੂ ਸਾਹਿਬ ਜੀ ਦੀ ਅਗਾਧ ਬੋਧ ਪਾਵਨ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਸੀ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਜਿਨ੍ਹਾਂ ਨੇ ਸਾਡੇ ਤੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਇਸ ਪਾਵਨ ਸਥਾਨ ਜੋ ਗੁਰਦੁਆਰਾ ਮੰਜੀ ਸਾਹਿਬ ਜੀ ਦੇ ਦੀਵਾਨ ਹਾਲ ਵਿਖੇ ਆਪ ਆਪਣੇ ਪਾਵਨ ਦੀਦਾਰੇ ਬਖਸ਼ ਕਰਕੇ ਨਿਹਾਲ ਕੀਤਾ। ਹੁਣ ਜੋ ਸਮਾਂ ਹੈ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਹੁਕਮ ਦੀ ਵਿਚਾਰ ਕਰਨ ਦਾ ਹੈ ਖਾਲਸਾ ਜੀ। ਉੱਥੇ ਨਾਲ ਦੇ ਨਾਲ ਅੱਜ ਸਾਹਿਬ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿੰਨਾਂ ਦਾ ਪਾਵਨ ਗੁਰਤਾ ਗੱਦੀ ਦਿਵਸ ਹੈ। ਸੋ ਸਾਰੀਆਂ ਹੀ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਸਤਿਗੁਰੂ ਸਾਹਿਬ ਜੀ ਦੇ ਪਾਵਨ ਗੁਰਤਾ ਗੱਦੀ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਜੀ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਦੀ ਮਹਿਮਾ ਜਿਤਨੀਆਂ ਵੀ ਸੰਸਾਰ ਦੀਆਂ ਜ਼ਬਾਨਾਂ ਹਨ ਜੇ ਰਲ ਕਰਕੇ ਕਰਨਾ ਚਾਹਣ ਤਾਂ ਵੀ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਮਹਿਮਾ ਸੰਪੂਰਨ ਤੌਰ 'ਤੇ ਕਹੀ ਨਹੀਂ ਜਾ ਸਕਦੀ। ਜਿੰਨੀ ਧਰਤੀ ਹੈ ਜੇ ਇਹ ਕਾਗਜ਼ ਬਣ ਜਾਵੇ, ਜਿੰਨੀ ਵਨਸਪਤੀ ਹੈ ਇਹ ਕਲਮ ਹੋ ਜਾਵੇ, ਜਿਤਨਾ ਪਾਣੀ ਹੈ ਧਰਤੀ ਦੇ ਉੱਤਰ, ਜਿੰਨੇ ਸਮੁੰਦਰ ਹਨ ਇਹ ਮਤਸਿਆਹੀ ਦੇ ਵੀ ਬਣ ਜਾਣ ਭਾਈ ਇਹ ਸਭ ਕੁਝ ਤੇ ਮੁੱਕ ਸਕਦਾ ਹੈ। ਗਣੇਸ਼ ਵਰਗੇ ਲਖਾਰੀ ਲਾ ਲਏ ਜਾਣ ਇਹ ਸਭ ਕੁਝ ਦਾ ਅੰਤ ਹੋ ਸਕਦਾ ਹੈ। ਪਰ ਧੰਨ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸਾਹਿਬ ਜੀ ਦੀ ਮਹਿਮਾ ਕਹਿਣ ਕਥਨ ਲਿਖਣ ਤੋਂ ਬਾਹਰੀ ਹੈ ਜੀ। ਧੰਨ ਕਿਰਪਾਲੂ ਜੀ ਜਿਨ੍ਹਾਂ ਦੀ ਆਪਾਂ ਅੰਮ੍ਰਿਤ ਕਥਾ ਪੜ੍ਹਦੇ ਤੇ ਸੁਣਦੇ ਹਾਂ ਕੈਸੀ ਬਖਸ਼ਿਸ਼ ਦੇ ਮਾਲਕ ਹਨ। ਮੇਰੇ ਗੁਰਦੇਵ ਜੀ ਅਜੇ ਬਾਲਕ ਅਵਸਥਾ ਵਿੱਚ ਹੀ ਸਨ। ਸੋ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰਦੇਵ ਜੀ ਦੇ ਜਿੱਥੇ ਪਾਵਨ ਆਸਣ ਹੁੰਦਾ ਉਸ ਸਥਾਨ 'ਤੇ ਕੇਵਲ ਭਾਈ ਬੱਲੂ ਜੀ ਜਾਇਆ ਕਰਦੇ ਤੇ ਧੰਨ ਗੁਰਦੇਵ ਸਤਿਗੁਰੂ ਅਜੇ ਰਿੜਦੇ ਹੀ ਸਨ ਤਾਂ ਸਤਿਗੁਰੂ ਸਾਹਿਬ ਜੀ ਦੇ ਆਸਣ ਦੇ ਪਾਸ ਪਹੁੰਚੇ। ਜਾ ਕਰਕੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਯਤਨ ਕੀਤਾ ਹੈ ਉਸ ਆਸਣ ਦੇ ਉੱਤੇ ਬੈਠਣ ਦਾ। ਤਾਂ ਸਾਡੇ ਸਤਿਕਾਰਯੋਗ ਮਾਤ ਭਾਨੀ ਜੀ ਉਹਨਾਂ ਨੇ ਯਤਨ ਕੀਤਾ ਕਿ ਜਾ ਕਰਕੇ ਛੇਤੀ ਨਾਲ ਚੁੱਕ ਲਿਆਈਏ। ਉਸ ਸਮੇਂ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਬਾਬਤ ਆਪਾਂ ਦੋ ਬਚਨ ਇਤਿਹਾਸ 'ਚ ਪੜ੍ਹਦੇ ਹਾਂ
ਇੱਕ ਤੇ ਪੜ੍ਹਦੇ ਜਦੋਂ ਜਾ ਕਰਕੇ ਮਹਾਰਾਜ ਜੀ ਨੇ ਸੋ ਸਤਿਗੁਰੂ ਸਾਹਿਬ ਜੀ ਬਾਬਤ ਆਉਂਦਾ ਗੁਰਦੇਵ ਜੀ ਦਾ ਸਰੀਰ ਬਹੁਤ ਭਾਰੀ ਹੈ, ਤਾਂ ਸਤਿਗੁਰੂ ਸਾਹਿਬ ਜੀ ਨੇ ਉਸ ਮੰਜੀ ਦੀ ਢੀ ਨੂੰ ਪਕੜ ਕਰਕੇ ਤੇ ਜ਼ੋਰ ਦੀ ਹਿਲਾਇਆ, ਤਾਂ ਜ਼ੋਰ ਦੀ ਹਿਲਾਇਆ ਤਾਂ ਬਚਨ ਕੀਤੇ, ਕੌਣ ਹੈ ਵੱਡ ਪੁਰਖ ਭਾਰੀ ਜਿਨ ਮੰਜੀ ਹਿਲਾਈ ਸਾਡੀ ਸਾਰੀ। ਇੱਕ ਤੇ ਇਹ ਬਚਨ ਆਉਂਦੇ ਹਨ। ਦੂਸਰੀ ਬਖਸ਼ਿਸ਼ ਕੀਤੀ, ਕਹਿਣ ਲੱਗੇ ਮਹਾਰਾਜ ਆਸਨ ਦੇ ਉੱਤੇ ਬੈਠਣ ਦਾ ਯਤਨ ਕਰਦੇ ਹਨ, ਤਾਂ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹੱਸ ਕੇ ਬਚਨ ਕੀਤੇ, ਕਹਿਣ ਲੱਗੇ ਕਾਲੇ ਨਾ ਪਵੋ, ਇਹ ਮੰਜੀ ਆਪ ਜੀ ਦੀ ਹੈ ਪਰ ਆਪਣੇ ਪਿਤਾ ਜੀ ਦੇ ਪਾਸੋਂ ਪ੍ਰਾਪਤ ਕਰ ਲਿਆ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਬਾਬਤ ਅਜਿਹੇ ਬਚਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਕੀਤੇ। ਫਿਰ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਸਮੇਂ ਭਾਈ ਸਾਰੇ ਗੁਰਸਿੱਖਾਂ ਦੀ ਪ੍ਰੀਖਿਆ ਲੈ ਲਈ, ਵੱਡੇ ਪੁੱਤਰ ਬਾਬਾ ਪਿਰਥੀਆ ਜੀ ਜਿਨ੍ਹਾਂ ਦੇ ਆਪਾਂ ਪੜ੍ਹਦੇ ਹਾਂ ਕਿ ਹਮੇਸ਼ਾ ਹੀ ਗੁਰੂ ਘਰ ਦੀ ਕਾਰ ਵਿੱਚ ਲੱਗੇ ਰਹਿਣਾ, ਕਾਰ ਕਰਦਿਆਂ ਕਰਦਿਆਂ ਬਹੁਤਾਤ ਮਾਇਆ ਦੇ ਨਾਲ ਪ੍ਰੀਤ ਕਰਨੀ, ਕੇਵਲ ਮਾਇਆ ਪਦਾਰਥਾਂ ਨੂੰ ਹੀ ਸਭ ਕੁਝ ਮੰਨ ਲੈਣਾ। ਇਸ ਕਰਕੇ ਬਾਬਾ ਪਿਰਥੀ ਚੰਦ ਜੀ ਵੀ ਇਹਨਾਂ ਕਾਰਨਾਂ ਕਰਕੇ ਇਸ ਪਾਵਨ ਦਾਤ ਤੋਂ ਵਾਂਝੇ ਰਹਿ ਗਏ। ਸੋ ਜਿਸ ਸਮੇਂ ਬਾਬਾ ਸਹਾਰੀ ਮੱਲ ਜੀ ਜੋ ਸਰੀਕੇ ਵਿੱਚੋਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਭਰਾਤਾ ਲੱਗਦੇ ਹਨ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਤਾਇਆ ਜੀ ਉਹ ਆਏ, ਬੇਨਤੀ ਕੀਤੀ ਮਹਾਰਾਜ ਆਪ ਜੀ ਦੇ ਭਤੀਜੇ ਭਾਈ ਭਾਗਮਲ ਦਾ ਵਿਆਹ ਹੈ, ਆਪ ਕਿਰਪਾ ਕਰੋ, ਆਪ ਆਣ ਕਰਕੇ ਦਰਸ਼ਨ ਦੀਦਾਰੇ ਦਵੋ। ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ, ਅਸੀਂ ਤਾਂ ਨਹੀਂ ਆ ਸਕਦੇ। ਕਹਿਣ ਲੱਗੇ ਆਪ ਜੀ ਦੇ ਸਾਹਿਬਜ਼ਾਦੇ ਹੀ ਆ ਜਾਣ। ਉਸ ਸਮੇਂ ਸਭ ਤੋਂ ਵੱਡੇ ਬਾਬਾ ਪਿਰਥੀ ਚੰਦ ਜੀ ਨੂੰ ਸੱਦ ਕੇ ਮਹਾਰਾਜ ਜੀ ਨੇ ਕਿਹਾ ਆਪ ਜੀ ਦੇ ਤਾਇਆ ਜੀ ਆਏ ਨੇ, ਇਹਨਾਂ ਦੇ ਨਾਲ ਜਾਓ। ਬਚਨ ਕੀਤੇ ਮਹਾਰਾਜ ਜੇ ਮੈਂ ਚਲਿਆ ਗਿਆ ਤੇ ਆ ਗੁਰੂ ਘਰ ਦੀ ਕਾਰ ਕੌਣ ਵੇਖੇਗਾ। ਜਦ ਕਿ ਚਾਹੀਦਾ ਸੀ ਕਿ ਸਤਿਗੁਰੂ ਸਾਹਿਬ ਜੀ ਦੇ ਬਚਨ ਮੰਨਦੇ। ਇਹ ਭਾਈ ਕੇਵਲ ਸਿੱਖਾਂ ਲਈ ਨਹੀਂ, ਗੁਰਦੇਵ ਜੀ ਨੇ ਇਹ ਮਰਿਆਦਾ ਬਣ ਕੇ ਸਾਨੂੰ ਦਰਸਾਈ ਹੈ ਕਿ ਜਿਹੜਾ ਗੁਰੂ ਕਾ ਬਚਨ ਹੈ ਉਹ ਗੁਰੂ ਕੇ ਪਰਿਵਾਰ ਵਾਸਤੇ ਵੀ ਓਨਾ ਹੀ ਹੈ ਜਿੰਨਾ ਗੁਰੂ ਕੇ ਸਿੱਖਾਂ ਵਾਸਤੇ। ਜੋ ਗੁਰ ਕਹੇ ਸੋਈ ਭਲ ਮਨ, ਜੋ ਗੁਰੂ ਸਾਹਿਬ ਜੀ ਕਹਿੰਦੇ ਨੇ ਉਹੀ ਭਲਾ ਹੈ ਸਿੱਖ ਵਾਸਤੇ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾ। ਜੋ ਗੁਰੂ ਸਾਹਿਬ ਜੀ ਦੇ ਬਚਨ ਹੋਣ, ਜੋ ਗੁਰੂ ਕੀ ਆਗਿਆ ਹੋਵੇ, ਗੁਰਸਿੱਖ ਦਾ ਫਰਜ਼ ਹੈ ਉਹੋ ਹੀ ਕਾਰ ਕਰੇ। ਸੋ ਬਾਬਾ ਪਿਰਥੀ ਚੰਦ ਜੀ ਨੇ ਜਵਾਬ ਦੇ ਦਿੱਤਾ। ਸੋ ਬਾਬਾ ਮਹਾਦੇਵ ਜੀ ਨੂੰ ਕਿਹਾ ਤੁਸੀਂ ਜਾਵੋ। ਕਹਿਣ ਲੱਗੇ ਅਸੀਂ ਕਿਸੇ ਨਾਲ ਸਾਂਝ ਵਧਾਉਣਾ ਚਾਹੁੰਦੇ ਹੀ ਨਹੀਂ। ਕੌਣ ਰਿਸ਼ਤੇਦਾਰ ਹੈ ਇੱਥੇ, ਕੌਣ ਭਾਈ ਮਿੱਤਰ ਹੈ, ਕੋਈ ਨਹੀਂ ਸਦੀਵੀ ਰਹਿਣ ਵਾਲਾ। ਇਸ ਕਰਕੇ ਸਾਨੂੰ ਇਹੋ ਜਿਹੇ ਜੰਜਾਲਾਂ 'ਚ ਨਾ ਪਾਓ। ਉਹ ਵੀ ਬਖਸ਼ਿਸ਼ ਤੋਂ ਵਾਂਝੇ ਰਹਿ ਗਏ। ਧੰਨ ਗੁਰਦੇਵ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਵੱਲ ਵੇਖਿਆ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੂੰ ਰਸਨਾ ਤੋਂ ਪੂਰਾ ਬੋਲਣ ਦੀ ਵੀ ਜ਼ਰੂਰਤ ਨਹੀਂ ਪਈ। ਸਿਰ ਝੁਕਾ ਕੇ ਕਹਿ ਦਿੱਤਾ ਸਤ ਬਚਨ ਜੀ, ਜੋ ਆਪ ਜੀ ਦਾ ਹੁਕਮ, ਆਪ ਕਿਰਪਾ ਕਰਿਆ ਜੇ, ਆਪ ਆਪਣੀ ਭੈ ਭਾਵਣੀ 'ਚ ਸਾਨੂੰ ਰੱਖਿਆ ਜੇ। ਤੇ ਆਪਾਂ ਉਹ ਬਹੁਤ ਲੰਮੀ ਕਥਾ ਹੈ, ਆਪਾਂ ਪੜ੍ਹਦੇ ਹਾਂ ਸਾਰੇ, ਜਿਹੜੀਆਂ ਪੱਤਰਕਾ ਸਤਿਗੁਰੂ ਸਾਹਿਬ ਜੀ ਨੇ ਲਿਖੀਆਂ, ਜੋ ਗੁਰੂ ਕੀ ਬਾਣੀ ਵਿੱਚ ਦਰਜ ਹਨ, ਜਿਨ੍ਹਾਂ ਵਿੱਚ ਆਪਾਂ ਪੜ੍ਹਦੇ ਹਾਂ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੇ ਐ ਪ੍ਰੈ ਤੁਧ ਭਗਵੰਤਾ। ਐਸੇ ਬਚਨ ਪ੍ਰੇਮ ਵਾਲੇ, ਕਿਉਂਕਿ ਹੁਕਮ ਕਰ ਦਿੱਤਾ ਸੀ ਜਿੰਨਾ ਚਿਰ ਅਸੀਂ ਬੁਲਾਈਏ ਨਾ ਤੁਸੀਂ ਆਉਣਾ ਨਹੀਂ। ਉਸ ਹੁਕਮ ਨੂੰ ਵੀ ਨਿਭਾਇਆ। ਭਾਵੇਂ ਚਿੱਤ ਕਰਦਾ ਏ ਕਿ ਛੇਤੀ ਜਾ ਕਰਕੇ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇੱਕ ਤੇ ਪਿਤਾ ਸਰੂਪ ਹਨ ਸਤਿਗੁਰੂ ਸਾਹਿਬ ਜੀ, ਪਰ ਇੱਥੇ ਪਿਤਾ ਤੇ ਪੁੱਤਰ ਦਾ ਪ੍ਰੇਮ ਨਹੀਂ ਹੈ, ਇੱਥੇ ਸੇਵਕ ਤੇ ਸਵਾਮੀ ਦਾ ਪ੍ਰੇਮ ਹੈ। ਇੱਕ ਸੇਵਕ ਦੀ ਬੇਬਲਤਾਈ ਹੈ, ਇੱਕ ਸਿੱਖ ਦੀ ਇਹ ਪੀੜਾ ਹੈ ਹਿਰਦੇ ਦੀ। ਮਹਾਰਾਜ ਇੱਕ ਘੜੀ ਵੀ ਆਪ ਜੀ ਦੇ ਜੇ ਦੀਦਾਰ ਨਾ ਹੋਣ ਤੇ ਕਲਯੁਗ ਵਿਆਪ ਜਾਂਦਾ।
ਗੁਰਸਿੱਖੋ, ਇਹ ਹਰ ਇੱਕ ਸਿੱਖ ਦਾ ਜੀਵਨ ਹੈ। ਜਿਸ ਸਮੇਂ ਆਪਣਾ ਜੀਵਨ ਸਤਿਗੁਰੂ ਸਾਹਿਬ ਜੀ ਦੇ ਦਰਸ਼ਨਾਂ ਤੋਂ ਵਾਂਝਾ ਹੋ ਜਾਂਦਾ ਹੈ, ਜਿਸ ਸਮੇਂ ਚਿੱਤ ਚੋਂ ਇਹ ਭੁੱਲ ਜਾਵੇ ਕਿ ਸਦ ਸੁਣਦਾ ਸਦ ਵੇਖਦਾ ਕਿਉਂ ਮੁੱਕਰ ਪਿਆ ਜਾਏ, ਅਸੀਂ ਸਦਾ ਵਾਸਤੇ ਗੁਰਦੇਵ ਜੀ ਦੀ ਹਾਜ਼ੂਰੀ 'ਚ ਹੈ ਗੁਰੂ ਕਾ ਸਿੱਖ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਸਦਾ ਅੰਗ ਸੰਗੇ ਅਭੰਗੰ ਬਿਭੂਤੇ, ਗੁਰਦੇਵ ਸਦਾ ਅੰਗ ਸੰਗ ਹਨ। ਪਰ ਜਿਸ ਸਮੇਂ ਚਿੱਤ ਚੋਂ ਇਹ ਭੁੱਲ ਜਾਵੇ ਕਿ ਮੇਰਾ ਕਲਗੀਆਂ ਵਾਲਾ ਬਾਪੂ ਮੇਰੇ ਨਾਲ ਹਮੇਸ਼ਾ ਹੈ, ਜਦੋਂ ਇਹ ਭੁੱਲ ਗਿਆ, ਮੇਰਾ ਪਿਤਾ ਸਤਿਗੁਰੂ ਹਰ ਥਾਂ ਤੇ ਮੇਰੇ ਅੱਗੇ ਹੋ ਕੇ ਖਲੋਤਾ ਹੈ, ਜਦੋਂ ਇਹ ਭੁੱਲ ਗਿਆ, ਉਸੇ ਵੇਲੇ ਪੈਰ ਕੋ ਸੰਗਤ ਵੱਲ ਨੂੰ ਤੁਰ ਪਏ। ਜਦੋਂ ਇਹ ਭੁੱਲ ਗਿਆ, ਉਦੋਂ ਹੀ ਆਣ ਕਰਕੇ ਮਾੜੀ ਸੰਗਤ ਨੇ, ਕਲਯੁਗ ਨੇ ਆਪਣਾ ਪ੍ਰਭਾਵ ਪਾ ਲੈਣਾ। ਐਸੇ ਬਚਨ, ਐਸੀ ਬੇਬਲਤਾ ਤਾਂ ਜਿਸ ਸਮੇਂ ਬੁਲਾਇਆ ਤੇ ਫਿਰ ਆਣ ਕਰਕੇ ਚਰਨਾਂ ਤੇ ਨਮਸਕਾਰ ਕਰਕੇ ਕਿਹਾ, ਭਾਗ ਹੋਵਾ ਗੁਰ ਸੰਤ ਮਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ। ਐਸੀ ਬਖਸ਼ਿਸ਼ ਜਦੋਂ ਹੋਈ, ਜਦੋਂ ਇੰਨੀ ਪ੍ਰੇਮ ਭਾਵਨਾ ਦੇ ਸਹਿਤ, ਇੰਨੀ ਭੈ ਤੇ ਭਾਵਨੀ ਦੇ ਸਹਿਤ ਗੁਰਸਿੱਖੀ ਨਿਭਾਈ, ਤਾਂ ਫਿਰ ਜਾ ਕਰਕੇ ਸੋ ਭਾਈ ਭਾਦਰੋਂ ਸੁਦੀ ਦੂਜ ਵਾਲੇ ਦਿਨ, ਭਾਵ ਅੱਜ ਦੇ ਦਿਹਾੜੇ, ਸੋ 1643 ਬਿਕਰਮੀ ਨੂੰ ਸਤਿਗੁਰੂ ਸਾਹਿਬ ਜੀ ਤੇ ਇਹ ਮਿਹਰ ਬਖਸ਼ਿਸ਼ ਹੋਈ। ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ 5ਵੇਂ ਸਰੂਪ ਬਣਾ ਕਰਕੇ ਸਥਾਪਿਤ ਧੰਨ ਗੁਰਦੇਵ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਕੀਤਾ। ਖਾਲਸਾ ਜੀਓ, ਉਹ ਅੱਜ ਸਤਿਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਦਿਹਾੜਾ ਹੈ। ਐਸੇ ਦਿਹਾੜੇ ਵਾਲੇ ਦਿਨ ਆਪ ਸਿੱਖ ਸੰਗਤਾਂ ਨੂੰ ਫਿਰ ਤੋਂ ਲੱਖ ਲੱਖ ਵਧਾਈ ਹੋਵੇ। ਅਰਦਾਸ ਬੇਨਤੀ ਕਰੀਏ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਓ, ਜੈਸਾ ਪ੍ਰੇਮ ਆਪ ਜੀ ਨੇ ਗੁਰੂ ਘਰ ਨਾਲ ਕੀਤਾ ਹੈ, ਗੁਰਦੇਵ ਕਿਰਪਾ ਕਰੋ, ਅਸੀਂ ਆਪ ਜੀ ਦੇ ਬੱਚੇ ਹਾਂ, ਆਪ ਦਿਆਲਤਾ ਕਰੋ। ਉਸ ਪ੍ਰੇਮ ਦਾ ਕਿਣਕਾ ਭਰ ਵੀ ਸਾਡੇ ਹਿਰਦੇ 'ਚ ਵਸ ਜਾਵੇ ਤਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ। ਆਪ ਜੀ ਕਿਰਪਾ ਬਖਸ਼ਿਸ਼ ਕਰੋ, ਆਪਣੇ ਜਾਣ ਕਰਕੇ ਅਜਿਹੀਆਂ ਦਾਤਾਂ ਸਾਨੂੰ ਵੀ ਬਖਸ਼ ਕਰਕੇ ਨਵਾਜਣਾ ਕਰੋ। ਸਤਿਗੁਰੂ ਸਾਹਿਬ ਜੀ ਸਾਡੇ ਤੇ ਦਿਆਲਤਾ ਕਰਨਗੇ। ਆਓ, ਜੋ ਸਤਿਗੁਰੂ ਸਾਹਿਬ ਜੀ ਨੇ ਅੱਜ ਦੇ ਦਿਹਾੜੇ ਬਖਸ਼ਿਸ਼ ਕੀਤੀ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਪਾਵਨ ਹੁਕਮ ਬਖਸ਼ਿਸ਼ ਕੀਤੇ ਹਨ, ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਦੀ ਉਸ ਪਾਵਨ ਬਖਸ਼ਿਸ਼ ਦਾ ਆਨੰਦ ਮਾਣੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਘਰ ਦੂਜਾ ਅਸ਼ਟਪਦੀਆਂ। ਸੋਰਠ ਰਾਗ ਦੇ ਅੰਦਰ 5ਵੇਂ ਪਾਤਸ਼ਾਹ ਧੰਨ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਦੂਜੇ ਘਰ ਸੁਰਤਾਲ ਦੇ ਵਿੱਚ ਇਹ ਪਵਿੱਤਰ ਅਸ਼ਟਪਦੀਆਂ ਵਾਲਾ, 8 ਪਦਿਆਂ ਵਾਲਾ ਇਹ ਜੋ ਸ਼ਬਦ ਹੈ, ਸੋਰਠ ਰਾਗ ਦੇ ਅੰਦਰ ਉਚਾਰਨ ਕਰਦੇ ਹਨ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਮੰਗਲ ਕਰਦੇ ਨੇ ਉਹ ਜੋ ਇੱਕ ਅਦਵੈਤ ਬ੍ਰਹਮ ਹੈ, ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਪੂਰੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਜਿਸ ਦੀ ਪ੍ਰਾਪਤੀ ਹੁੰਦੀ ਹੈ। ਪਾਠ ਪੜਿਓ ਅਰ ਵੇਦ ਵਿਚਾਰਿਓ। ਗੁਰਸਿੱਖਾਂ ਨੇ ਸਵਾਲ ਕੀਤਾ ਸਤਿਗੁਰੂ ਸਾਹਿਬ ਜੀ ਦੇ ਪਾਸ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਬੇਨਤੀ ਕੀਤੀ, ਗੁਰਦੇਵ ਜੀ ਸਾਡੇ ਕੁਝ ਸਵਾਲ ਹਨ, ਅਸੀਂ ਆਪ ਜੀ ਦੇ ਪਾਸ ਆਏ ਹਾਂ, ਆਪ ਕਿਰਪਾ ਕਰਕੇ ਸਾਨੂੰ ਦੱਸੋ ਕਿ ਅਸੀਂ ਮੁਕਤ ਕਿਵੇਂ ਹੋ ਸਕਦੇ ਹਾਂ, ਅਸੀਂ ਕਿਵੇਂ ਇਸ ਸੰਸਾਰ ਸਮੁੰਦਰ ਤੋਂ ਤਰ ਸਕਦੇ ਹਾਂ। ਤਾਂ ਮਹਾਰਾਜ ਜੀ ਨੇ ਪੁੱਛ ਲਿਆ, ਗੁਰਸਿੱਖੋ ਆਪ ਜੀ ਨੇ ਪਹਿਲਾਂ ਕੋਈ ਸਾਧਨ ਕੀਤਾ, ਪਹਿਲਾਂ ਕੋਈ ਕਰਮ ਕੀਤਾ, ਕੋਈ ਯਤਨ ਕੀਤਾ? ਜਿਵੇਂ ਕੋਈ ਰੋਗੀ ਕਿਸੇ ਵੈਦ ਦੇ ਪਾਸ ਜਾਵੇ, ਜਾ ਕੇ ਆਖੇ ਵੈਦ ਜੀ ਮੇਰਾ ਇਲਾਜ ਕਰੋ, ਤੇ ਵੈਦ ਸੁਭਾਵਿਕ ਪੁੱਛ ਲੈਂਦਾ ਇਸ ਬਿਮਾਰੀ ਦੀ ਪਹਿਲਾਂ ਕੋਈ ਦਵਾਈ ਖਾਧੀ ਹੈ ਜਾਂ ਪਹਿਲਾਂ ਹੀ ਮੇਰੇ ਪਾਸ ਆ ਗਏ ਜੇ? ਤੇ ਜੇ ਖਾਧੀ ਹੋਵੇ ਤੇ ਉਹ ਫਿਰ ਪੁੱਛਦਾ ਦੱਸੋ ਕੀ ਕੀ ਖਾਧਾ। ਐਵੇਂ ਸਤਿਗੁਰੂ ਸਾਹਿਬ ਜੀ, ਸਤਿਗੁਰ ਪੂਰਾ ਵੈਦ ਹੈ, ਪੂਰੇ ਵੈਦ ਸਤਿਗੁਰੂ ਸਾਹਿਬ ਜੀ ਧੰਨ ਗੁਰਦੇਵ ਜੀ ਦੇ ਪਾਸ
ਗੁਰਸਿੱਖਾਂ ਨੇ ਬੇਨਤੀ ਕੀਤੀ ਹੈ ਇਸੇ ਪਾਵਨ ਧਰਤੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਮਹਾਰਾਜ ਕਿਰਪਾ ਕਰਕੇ ਦਿਆਲਤਾ ਕਰੋ, ਰਹਿਮਤ ਕਰੋ, ਸਾਨੂੰ ਦੱਸੋ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਿਵੇਂ ਹੋਵੇਗਾ, ਕਿਵੇਂ ਤਰ ਸਕਦੇ ਹਾਂ। ਤਾਂ ਭਾਈ ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤੇ ਨੇ ਕਿ ਦੱਸੋ ਪਹਿਲਾਂ ਕਿਹੜਾ ਕੋਈ ਸਾਧਨ ਕੀਤਾ ਹੈ ਸੰਸਾਰ ਸਮੁੰਦਰ ਤੋਂ ਤਰਨ ਦਾ, ਜੇ ਕੋਈ ਕੀਤਾ ਹੈ ਤੇ ਦੱਸੋ ਕਿਹੜਾ ਕਿਹੜਾ ਕੀਤਾ ਹੈ। ਇਸ ਪਾਵਨ ਸ਼ਬਦ ਵਿੱਚ ਆਪਾਂ ਪਹਿਲਾਂ ਸਿੱਖ ਮੁਖ ਦੁਆਰਾ ਬੇਨਤੀਆਂ, ਸਿੱਖ ਨੇ ਕੀ ਕੀ ਯਤਨ ਕੀਤੇ ਹਨ, ਪਹਿਲਾਂ ਉਹ ਪੜਾਂਗੇ। ਫਿਰ ਇਸ ਸੰਸਾਰ ਸਮੁੰਦਰ ਤੋਂ ਕਿਵੇਂ ਤਰਿਆ ਜਾਂਦਾ ਹੈ ਗੁਰਦੇਵ ਜੀ ਆਪ ਉੱਤਰ ਦੇ ਕਰਕੇ ਨਵਾਜਣਗੇ। ਸੋ ਇਹ ਜੋ ਪਾਵਨ ਸ਼ਬਦ ਹੈ, ਇਹ ਸ਼ਬਦ ਦਾ ਕੀਰਤਨ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਮਹਾਂਪੁਰਖ, ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਖ ਜੋ ਹੋਏ ਹਨ, ਕਹਿੰਦੇ ਹਰ ਰੋਜ਼ ਕਥਾ ਕਰਨ ਤੋਂ ਪਹਿਲਾਂ ਇਹ ਸ਼ਬਦ ਦਾ ਕੀਰਤਨ ਹਰ ਰੋਜ਼ ਜ਼ਰੂਰ ਸੁਣਦੇ, ਕਿ ਕਿੱਡੀ ਵੱਡੀ ਬਖਸ਼ਿਸ਼ ਮਹਾਰਾਜ ਜੀ ਨੇ ਕੀਤੀ, ਕਿੱਡੀ ਵੱਡੀ ਗੁਰੂ ਕੀ ਪਾਵਨ ਕੀਰਤਨ ਦੀ ਮਹਿਮਾ ਇਸ ਸ਼ਬਦ ਵਿੱਚ ਦਰਸਾਈ ਹੈ। ਗੁਰਸਿੱਖੋ ਸਾਨੂੰ ਜ਼ਰੂਰ ਸੁਣਾਓ ਐਸੀ ਜੋ ਬਖਸ਼ਿਸ਼ ਵਾਲਾ ਸ਼ਬਦ ਹੈ। ਆਓ ਜੋ ਗੁਰਦੇਵ ਕਿਰਪਾ ਕਰ ਰਹੇ ਨੇ, ਜੋ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕੀ ਕੀ ਯਤਨ ਕੀਤੇ ਹਨ, ਪਰ ਇਹ ਮਨ ਸਥਿਰ ਨਹੀਂ ਹੋ ਰਿਹਾ ਜੇ। ਪਾਠ ਪੜਿਓ ਅਰ ਵੇਦ ਵਿਚਾਰਿਓ। ਮਹਾਰਾਜ ਜੀ ਪਾਠ ਜਿਹੜੇ ਹਨ ਸੋ ਉਹ ਪੜ੍ਹੇ ਨੇ, ਵੇਦਾਂ ਆਦਿਕਾਂ ਦੇ ਪਾਠ, ਸ਼ਾਸਤਰ ਆਦਿਕਾਂ ਦੇ ਪਾਠ ਪੜ੍ਹ ਕੇ ਵੇਖ ਲਏ ਹਨ, ਔਰ ਵੇਦਾਂ ਦੀ ਵਿਚਾਰ ਕੀਤੀ ਹੈ, 6 ਸ਼ਾਸਤਰਾਂ ਨੂੰ ਪੜ੍ਹਨਾ ਕੀਤਾ ਹੈ, ਉਹਨਾਂ ਦਾ ਪਾਠ ਵੀ ਪੜ੍ਹ ਕੇ ਵੇਖ ਲਿਆ। ਵੇਦਾਂ ਦੀ 4 ਹੀ ਵੇਦਾਂ ਦੀ ਵਿਚਾਰ ਕਰਕੇ ਵੇਖੀ ਹੈ ਜੇ। ਨਿਵਲ ਭੁਅੰਗਮ ਸਾਧੇ। ਸੋ ਇਹ ਯੋਗ ਸਾਧਨ ਹਨ। ਮਹਾਰਾਜ ਜੀ ਪਾਠ ਵੀ ਪੜ੍ਹ ਕੇ ਵੇਖ ਲਏ, ਵੇਦ ਵੀ ਵਿਚਾਰ ਕੇ ਵੇਖ ਲਏ, ਫਿਰ ਨਿਉਲੀ ਕਰਮ ਕਰਨਾ, ਜਿਹੜੀ ਪੇਟ ਦੀ ਸਫਾਈ ਵਾਲਾ, ਇਹ ਯੋਗ ਸਾਧਨਾ ਹੈ। ਆ ਜਿਹੜਾ ਢਿੱਡ ਜਿਹਾ ਹਿਲਾਉਂਦੇ ਨਾ ਕਈ ਟੀਵੀ ਤੇ ਬੈਠ ਕੇ ਵੀ ਆਪਾਂ ਵੇਖੇ ਹੋਣਗੇ, ਕਿ ਜਿਵੇਂ ਭਾਈ ਚੱਕੀ ਚੱਲਦੀ ਹੈ ਐਵੇਂ ਆਪਣੇ ਢਿੱਡ ਨੂੰ ਹਿਲਾ ਕੇ ਵਿਖਾ ਲੈਣਾ। ਅਸਲ ਯੋਗੀ ਕੀ ਕਰਦੇ ਹਨ ਕਿ ਪਾਣੀ ਵਿੱਚ ਖਲੋ ਕਰਕੇ ਆਪਣੇ ਮੂਲ ਦੁਆਰੇ ਰਾਹੀਂ ਪਾਣੀ ਖਿੱਚ ਕੇ ਤੇ ਆਪਣੇ ਪੇਟ ਦੀ ਸਫਾਈ ਕਰਨੀ, ਇਸ ਨੂੰ ਕਹਿੰਦੇ ਨੇ ਨਿਉਲੀ ਆਸਨ ਕਰਨਾ। ਫਿਰ ਭੁਜੰਗਮ, ਜਿਹੜੀ ਭੁਜੰਗਮਾ ਨਾੜੀ ਹੈ ਨਾ, ਭੁਜੰਗਮਾ ਨਾੜੀ ਆਪਣੀ ਰੀੜ੍ਹ ਦੀ ਹੱਡੀ ਚੋਂ ਲੰਘਦੀ ਹੈ, ਉਹਨੂੰ ਭੁਜੰਗਮਾ ਨਾੜੀ ਕਹਿੰਦੇ ਨੇ। ਜਿਵੇਂ ਸੱਪ ਨੇ ਵਲ ਨਹੀਂ ਮਾਰੇ ਹੁੰਦੇ, ਐਵੇਂ ਉਹਨੇ ਵਲ ਮਾਰੇ ਹੋਏ ਨੇ। ਸੋ ਆਪਣੇ ਸਰੀਰ ਦੀ ਗੰਦੀ ਹਵਾ ਨੂੰ ਬਾਹਰ ਨਾ ਨਿਕਲਣ ਦੇਣਾ, ਉਹਨੂੰ ਸਰੀਰ 'ਚ ਹੀ ਰੋਕ ਕਰਕੇ ਉਸ ਨਾੜੀ 'ਚ ਖਿਲਾਰ ਕਰਕੇ ਤੇ ਉਹਨੂੰ ਸਿੱਧੀ ਕਰਨਾ। ਉਹਦੇ ਨਾਲ 6 ਦੇ 6 ਚੱਕਰ ਜਿਹੜੇ ਨੇ ਨਾ ਉਹ ਵਿੰਨੇ ਜਾਂਦੇ ਨੇ। ਜਿਵੇਂ ਫੂਕ ਮਾਰਨ ਤੇ ਗੁਬਾਰੇ 'ਚ ਹਵਾ ਭਰ ਜਾਂਦੀ ਹੈ। ਬੜੀ ਲੰਮੀ ਕਥਾ ਹੈ, ਉਹ ਇਹ ਜੋਗੀਆਂ ਦਾ ਮਤ ਹੈ। ਮਹਾਰਾਜ ਉਹ ਜਿਹੜੇ ਭੁਜੰਗਮ ਸਾਧਨਾ ਨਾ ਉਹ ਵੀ ਅਸੀਂ ਕਰ ਲਈ, ਭੁਜੰਗਮਾ ਨਾੜੀ ਵੀ ਸਿੱਧੀ ਕਰਕੇ ਵੇਖ ਲਈ, ਉਹਦੇ ਦੁਆਰਾ ਵੀ ਦਸਮ ਦਵਾਰ ਨੂੰ ਭੇਦਣ ਦਾ ਯਤਨ ਕੀਤਾ ਹੈ ਜੀ। ਪੰਚ ਜਨਾ ਸਿਉ ਸੰਗ ਨਾ ਛੁਟਕਿਓ। ਮਹਾਰਾਜ ਇੰਨੇ ਯਤਨ ਕਰਨੇ ਤੇ, ਇੰਨੇ ਪਾਠ ਪੜ੍ਹਨੇ ਤੇ, ਵੇਦ ਵਿਚਾਰਨੇ ਤੇ, ਨਿਉਲੀ ਕਰਮ ਕਰਨੇ ਤੇ, ਯੋਗ ਸਾਧਨਾ ਸਾਧਨੇ ਤੇ ਵੀ ਸਤਿਗੁਰੂ ਸਾਹਿਬ ਜੀ ਜਿਹੜੇ 5 ਜਣ ਨੇ ਨਾ, ਕਿਹੜੇ ਜੀ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਗੁਰਦੇਵ ਇਹਨਾਂ ਦਾ ਸੰਗ ਛੁੱਟਿਆ ਨਹੀਂ ਹੈ। ਇਹ ਲੱਗੇ ਹੀ ਹੋਏ ਨੇ ਮਨ ਨੂੰ, ਇਹਨਾਂ ਨੇ ਅਵਸਥਾ ਖਰਾਬ ਹੀ ਕੀਤੀ ਹੋਈ ਹੈ। ਇਹਨਾਂ ਪੰਜਾਂ ਤੋਂ ਮਹਾਰਾਜ ਫੇਰ ਵੀ ਮੁਕਤੀ ਨਹੀਂ ਮਿਲੀ ਜੀ। ਅਦਕ ਅਹੰ ਬੁੱਧ ਬਾਧੇ। ਮਹਾਰਾਜ ਹੋਰ ਉਲਟਾ ਕੀ ਹੋਇਆ? ਹੰਕਾਰ ਹੀ ਵੱਧਦਾ ਗਿਆ। ਮੈਂ ਵੇਦ ਪਾਠੀ ਹਾਂ, ਮੈਂ ਸ਼ਾਸਤਰਾਂ ਦਾ ਅਭਿਆਸ ਕਰਨ ਵਾਲਾ ਹਾਂ, ਮੈਂ ਇੰਨੇ ਗ੍ਰੰਥ ਪੜ੍ਹ ਲਏ। ਔੜ ਕੀ ਹੋਇਆ? ਬਹੁਤੀਆਂ ਕਿਤਾਬਾਂ ਪੜ੍ਹਨੇ ਤੇ ਮਹਾਰਾਜ ਮੇਰੀ ਤੇ ਇੰਨੀ ਬੁੱਧੀ ਭ੍ਰਸ਼ਟ ਹੋ ਗਈ ਹੈ। ਮੈਂ 4 ਕਿਤਾਬਾਂ ਪੜ੍ਹ ਕੇ ਤੇ ਕਲਮ ਲੈ ਕੇ ਤੁਰਿਆ ਫਿਰਦਾ ਹਾਂ ਕਿ ਆਪ ਜੀ ਦੀ ਬਾਣੀ ਵਿੱਚ ਬਿੰਦੀਆਂ ਘੱਟ ਲੱਗੀਆਂ ਨੇ, ਮੈਂ ਬਿੰਦੇ ਲਵਾ ਕੇ ਜਾਵਾਂਗਾ ਬਿੰਦੇ। ਮੇਰੀ ਤੇ ਏਡੀ ਬੁੱਧੀ ਭ੍ਰਸ਼ਟ ਹੋ ਗਈ। ਮੈਂ ਤੇ ਇਹ ਯਤਨ ਕਰਨ ਲੱਗਾ, ਆਪ ਜੀ ਦੇ ਵਿੱਚ ਹੀ ਦੋਸ਼ ਆਰੋਪਣ ਲੱਗ ਗਿਆ ਕਿ ਸ਼ਾਇਦ ਆਪ ਜੀ ਨੂੰ ਭੁਲੇਖਾ ਲੱਗ ਗਿਆ ਹੋਵੇਗਾ। ਐਸੀ ਭੈੜੀ ਬੁੱਧੀ ਦਾ ਮਾਲਕ ਬਣ ਗਿਆ ਹਾਂ। ਕੀ ਹੋਇਆ? ਉਲਟਾ ਹੰਕਾਰ ਹੀ ਸਿਰ ਨੂੰ ਚੜ ਗਿਆ ਨਾ ਕਿ ਮੈਂ ਬਹੁਤਾ ਗਿਆਨ ਵਾਲਾ ਹਾਂ। ਮਹਾਰਾਜ 5 ਜਣਾ ਸੋ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਧੇ। ਆਪਣੇ ਸਾਧਨਾ ਦਾ ਜਿਹੜਾ ਯਤਨ ਸੋ
ਇਹ ਜੀ ਮੈਂ ਬਹੁਤੀ ਸਾਧਨਾ ਸਾਧਨ ਵਾਲਾ, ਇਹ ਵੀ ਹੰਕਾਰ ਲੱਗ ਗਿਆ। ਮੈਂ ਤੇ ਹੁਣ ਆਪਣੇ ਯਤਨ ਨਾਲ ਹੀ 10ਵੇਂ ਦਵਾਰ ਖੋਲ ਲੈਣਾ ਹਾਂ। ਤਾਂ ਬਚਨ ਗੁਰਦੇਵ ਜੀ ਨੇ ਕੀਤੇ ਸਨ, ਮਨ ਨਿਰਮਲ ਨਹੀਂ 10ਵੇਂ ਦਵਾਰ। 10ਵੇਂ ਦਵਾਰ ਵਿੱਚ ਵੀ ਜਾ ਕਰਕੇ ਮਨ ਜਿਹੜਾ ਇਹ ਨਿਰਮਲ ਨਹੀਂ ਹੋ ਸਕਦਾ ਜੇ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਤੇ ਬਖਸ਼ਿਸ਼ ਨਾ ਹੋਵੇ। ਪਾਤਸ਼ਾਹ ਜੀ ਇੰਨੇ ਯਤਨ ਕਰਨੇ ਤੇ ਵੀ ਹੰਕਾਰ ਵੱਧਦਾ ਹੀ ਜਾ ਰਿਹਾ ਹੈ, ਘਟਦਾ ਨਹੀਂ ਜੀ। ਪਿਆਰੇ ਇਨ ਬਿਦ ਮਿਲਣ ਨਾ ਜਾਈ। ਇਹ ਮੇਰੇ ਪਿਆਰੇ ਸਤਿਗੁਰੂ ਸਾਹਿਬ ਜੀ, ਆਪ ਜੀ ਅੱਗੇ ਬੇਨਤੀ ਕਰਦੇ ਆ, ਇਸ ਤਰੀਕਿਆਂ ਦੇ ਨਾਲ ਅਸੀਂ ਜਿਹੜੇ ਯਤਨ ਕਰਕੇ ਵੇਖੇ, ਪਤਾ ਲੱਗ ਗਿਆ ਹੈ ਇਹਨਾਂ ਦੁਆਰਾ ਤੇ ਆਪ ਜੀ ਦਾ ਮਿਲਣਾ ਨਹੀਂ ਹੋ ਸਕਦਾ ਜੀ। ਮੈਂ ਕੀਏ ਕਰਮ ਅਨੇਕਾ। ਮਹਾਰਾਜ ਅਨੇਕਾਂ ਹੀ ਕਰਮ ਕਰਕੇ ਵੇਖ ਲਏ ਨੇ, ਅਨੇਕਾਂ ਹੀ ਸਾਧਨ ਸਾਧ ਕੇ ਵੇਖ ਲਏ ਹਨ। ਹਾਰ ਪਰਿਓ ਸੁਆਮੀ ਕੈ ਦੁਆਰੈ। ਇਹ ਸੁਆਮੀ ਮਾਲਕ ਜੀ ਹਾਰ ਕਰਕੇ, ਚਫੇਰੇ ਹੀ ਹਾਰ ਕਰਕੇ ਆਪ ਜੀ ਦੇ ਦੁਆਰੇ ਤੇ ਆ ਕੇ ਡਿੱਗ ਪਏ ਹਾਂ। ਜਿਹੜੀ ਅਰਦਾਸ ਹਰ ਰੋਜ਼ ਦੀ ਸਿੱਖਦੀ ਹੈ ਕਿ ਸਗਲ ਦਵਾਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰ। ਮਹਾਰਾਜ ਜੀ ਸਾਰੇ ਹੀ ਦਵਾਰੇ ਛੱਡ ਦਿੱਤੇ ਨੇ, ਸਾਰੇ। ਮੈਂ ਸਾਰੇ ਦਵਾਰੇ ਛੱਡ ਕਰਕੇ ਆਪ ਜੀ ਦਾ ਦਵਾਰਾ ਪਕੜ ਲਿਆ। ਆਪ ਕਿਰਪਾ ਕਰਕੇ ਰਹਿਮਤ ਕਰੋ। ਸੋ ਜਿਹਨੂੰ ਸਾਡੇ ਵਡੇਰੇ ਵੀ ਧਾਰਨਾ ਰੂਪ ਚ ਪੜਿਆ ਕਰਦੇ ਸਨ, ਰੁਲਦਾ ਫਿਰਦਾ ਜੀ ਦੁਆਰੇ ਤੇਰੇ ਆ ਗਿਆ, ਤੇ ਪੈਜ ਰੱਖੀ ਸੱਚੇ ਪਾਤਸ਼ਾਹ। ਐਸੇ ਪਾਤਸ਼ਾਹ ਸਤਿਗੁਰੂ ਸਾਹਿਬ ਜੀਓ, ਮੈਂ ਹਾਰ ਕਰਕੇ ਆਪ ਜੀ ਦੇ ਦਵਾਰ ਤੇ ਆਇਆ ਹਾਂ। ਆਪ ਜੀ ਦਾ ਪਾਵਨ ਚਰਨਾਂ ਦਾ ਆਸਰਾ ਲਿਆ ਹੈ ਜੀ। ਦੀਜੈ ਬੁੱਧ ਵਿਵੇਕਾ। ਆਪ ਕਿਰਪਾ ਕਰੋ, ਵਿਵੇਕ ਬੁੱਧੀ ਸਾਨੂੰ ਪ੍ਰਦਾਨ ਕਰਨਾ ਕਰੋ ਜੀ। ਰਹਾਉ ਬਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਮੋਨ ਭਇਓ ਕਰ ਪਾਤੀ ਰਹਿਓ। ਭਾਈ ਹੋਰ ਕੁਝ ਕੀਤਾ, ਕਹਿੰਦੇ ਮਹਾਰਾਜ ਮੋਨੀ ਹੋ ਗਿਆ। ਮੋਨੀ ਇਹ ਵੀ ਦੋ ਤਰੀਕੇ ਨਾਲ ਹੈ। ਇੱਕ ਤੇ ਸਰੀਰ ਦੀ ਬਿਮਾਰੀ ਇਹੋ ਜੀ ਲੱਗ ਜਾਣੀ ਕਿ ਬੋਲਿਆ ਹੀ ਨਾ ਜਾਣਾ। ਦੂਜੇ ਸਰੀਰ ਠੀਕ ਹੈ ਪਰ ਮੋਨੀ ਹੋ ਕਰਕੇ ਸੰਸਾਰ ਦੇ ਵਿੱਚ ਸੋ ਵਿਚਰਨ ਲੱਗੇ ਹਨ ਜੀ। ਨਗਨ ਫਿਰਿਓ ਬਨ ਮਾਹੀ। ਵਸਤਰਾਂ ਦਾ ਤਿਆਗ ਕਰ ਦਿੱਤਾ। ਮਹਾਰਾਜ ਇਹ ਵੀ ਕਰਕੇ ਵੇਖ ਲਿਆ ਹੈ। ਬਣ ਜੰਗਲਾਂ ਦੇ ਵਿੱਚ ਨਗਨ ਹੋ ਕਰਕੇ ਤੁਰੇ ਫਿਰਦੇ ਹਾਂ। ਤਟ ਤੀਰਥ ਸਭ ਧਰਤੀ ਭ੍ਰਮਿਓ। ਤੇ ਮਹਾਰਾਜ ਤੀਰਥਾਂ ਦੇ ਕੰਡਿਆਂ ਤੇ ਜਾ ਕਰਕੇ ਸਾਰੀ ਧਰਤੀ ਭ੍ਰਮ ਕਰਕੇ ਵੇਖ ਲਈ। ਜਿੰਨੇ ਤੀਰਥ ਨੇ ਸਾਰਿਆਂ ਦੇ ਇਸ਼ਨਾਨੀ ਹੋ ਗਏ। ਦੁਬਿਧਾ ਛੁਟਕੈ ਨਾਹੀ। ਪਰ ਦੁਬਿਧਾ ਦਵੈਤ ਨਹੀਂ ਛੁੱਟੀ ਮਨ ਵਿੱਚੋਂ। ਦੁਬਿਧਾ ਬਣੀ ਹੀ ਹੋਈ ਹੈ, ਦੁਬਿਧਾ ਛੁੱਟਦੀ ਨਹੀਂ। ਤੀਰਥਾਂ ਤੇ ਜਾ ਜਾ ਕਰਕੇ ਨਹਾ ਕੇ ਵੇਖ ਲਿਆ। ਸੋ ਸਾਰਿਆਂ ਥਾਵਾਂ ਤੇ ਪਹੁੰਚ ਗਏ, ਪਰ ਮਨ ਦੀ ਅਵਸਥਾ ਕੀ ਬਣੀ ਹੋਈ ਹੈ। ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਇੱਕ ਪਉ ਲੱਥੀ ਨਾਤਿਆਂ, ਦੋਏ ਪਏ ਚੜ੍ਹੇ ਅਸਹੋਰ। ਸੋ ਬਾਹਰੋਂ ਤੋਤੀ ਤੁੰਬੜੀ, ਅੰਦਰ ਵੇਸਨ ਕੋ। ਸੋ ਜਿਵੇਂ ਬਾਹਰੋਂ ਤੁੰਬੇ ਨੂੰ ਜਿੰਨਾ ਮਰਜ਼ੀ ਧੋਈ ਜਾਈਏ, ਪਰ ਅੰਦਰੋਂ ਜ਼ਹਿਰ ਤੇ ਨਹੀਂ ਨਾ ਮਰ ਜਾਂਦੀ। ਮਹਾਰਾਜ ਇਹ ਜ਼ਹਿਰ ਰੂਪੀ ਦੁਬਿਧਾ ਅੰਦਰ ਬਣੀ ਹੋਈ ਹੈ, ਦਵੈਤ ਬਣੀ ਰਹਿੰਦੀ ਹੈ। ਮਨ ਨਿਰਮਲ ਹੀ ਨਹੀਂ ਹੋਇਆ। ਮਨ ਤੀਰਥਾਂ ਤੇ ਨਹਾ ਕੇ ਵੀ ਸਵਾਲ ਕਰੀ ਜਾਂਦਾ, ਖਬਰੇ ਤੇਰਾ ਮਸਲਾ ਹੱਲ ਹੋਵੇ ਚਾਹੇ ਨਾ ਹੋਵੇ। ਮਹਾਰਾਜ ਇਹ ਦੁਬਿਧਾ ਛੁੱਟਦੀ ਨਹੀਂ ਜੀ। ਮਨ ਕਾਮਨਾ ਤੀਰਥ ਜਾਏ ਬਸਿਓ। ਸੋ ਮਨ ਕਾਮਨਾ ਰੂਪੀ ਤੀਰਥ, ਮਣੀਕਰਨ ਤੀਰਥ ਆਦਿਕ, ਜਿੱਥੇ ਕਥਾ ਆਉਂਦੀ ਹੈ ਕਿ ਜੋ ਪਾਰਬਤੀ ਹੈ ਉਹਦੇ ਕੰਨ ਦੀ ਮਣੀ ਜਿੱਥੇ ਡਿੱਗ ਕੇ ਤੇ ਗਵਾਚ ਗਈ ਸੀ। ਸੋ ਸ਼ਿਵ ਜੀ ਨੇ ਉਸ ਸਮੇਂ ਕਹਿੰਦੇ ਸ਼ੇਸ਼ਨਾਗ ਕੋ ਲੈ ਕਰਕੇ ਤੇ ਮਣੀ ਉਹਨੂੰ ਦੁਬਾਰਾ ਦਿੱਤੀ ਸੀ। ਉੱਥੇ ਮਣੀਕਰਨ ਤੀਰਥ ਸਥਾਪਨ ਕੀਤਾ। ਇਹੋ ਜਿਹੇ ਤੀਰਥਾਂ ਤੇ ਜਾ ਕਰਕੇ ਵੀ ਵਸ ਗਿਆ, ਜਿੱਥੇ ਸੋ ਜਿਹੜਾ ਪਾਣੀ ਦਾ ਸੋਮਾ ਅੱਧਾ ਠੰਡਾ ਤੇ ਅੱਧਾ ਤੱਤਾ ਹੈ, ਉੱਥੇ ਜਾ ਕੇ ਵੀ ਵਸ ਗਿਆ ਜੇ। ਸਿਰ ਕਰਵਤ ਧਰਾਏ। ਤੇ ਕਾਂਸ਼ੀ ਵਿੱਚ ਜਾ ਕਰਕੇ ਸਿਰ ਤੇ ਆਰਾ ਚੜਵਾ ਲਿਆ। ਕਰਵਤ ਹੁਣ ਤੇ ਉਹ ਬੰਦ ਕਰਵਾ ਦਿੱਤੇ ਨਾ, ਅੰਗਰੇਜ਼ ਰਾਜ ਵਿੱਚ ਉਹ ਬੰਦ ਹੋਏ ਹਨ। ਜਦੋਂ ਅੰਗਰੇਜ਼ਾਂ ਦਾ ਰਾਜ ਆਇਆ ਨਾ,
ਉਹਨਾਂ ਜਾ ਕਰਕੇ ਉਥੋਂ ਦੇ ਸਾਰੇ ਖਾਕੇ ਕਢਾ ਲਏ। ਕਹਿੰਦੇ ਲਿਆਓ ਵਿਖਾ ਲਓ ਜੀ। ਕਹਿੰਦੇ ਆਰਾ ਕਾਹਦਾ ਲੱਗਾ ਹੋਇਆ ਹੈ? ਕਹਿਣ ਲੱਗੇ ਜੀ ਜਿਹੜਾ ਇਸ ਆਰੇ ਦੇ ਥੱਲੇ ਸਿਰ ਦੇ ਕਰਕੇ ਆਪਣੇ ਆਪ ਨੂੰ ਚਰਵਾ ਲੈਂਦਾ ਉਹਨੂੰ ਸਵਰਗ ਦੀ ਪ੍ਰਾਪਤੀ ਹੁੰਦੀ। ਕਹਿਣ ਲੱਗੇ ਚੰਗਾ ਫਿਰ ਲਿਆਓ ਸਾਰੇ ਖਾਕੇ ਵਿਖਾ ਲਓ ਹਾਂ ਕਿ ਕਿੰਨੇ ਕੁ ਹੁਣ ਤੱਕ ਸਵਰਗਵਾਸੀ ਹੋ ਗਏ ਨੇ। ਜਦੋਂ ਉਹ ਲਿਆਂਦੇ ਸਾਰੇ ਦੇ ਸਾਰੇ ਹੈਰਾਨ ਹੋ ਗਏ। ਅੰਗਰੇਜ਼ ਕਹਿਣ ਲੱਗੇ ਬੱਲੇ ਪੰਡਤੋ ਸ਼ਾਬਾਸ਼ ਤੁਹਾਡੇ, ਇਹ ਸਾਰੇ ਛਤਰੀ ਰਾਜਪੂਤ ਹੀ ਇੱਥੇ ਗਏ ਨੇ, ਬਹੁਤੇ ਵੈਸ਼ ਚਲੇ ਗਏ। ਓਏ ਕੋਈ ਬ੍ਰਾਹਮਣ ਅੱਜ ਤੱਕ ਸਵਰਗਾਂ ਨੂੰ ਗਿਆ ਹੀ ਨਹੀਂ ਤੁਹਾਡੇ ਵਿੱਚੋਂ। ਕਿਸੇ ਬ੍ਰਾਹਮਣ ਦਾ ਨਾਂ ਅਜੇ ਤੱਕ ਇਹਨਾਂ ਖਾਕਿਆਂ 'ਚ ਲਿਖਿਆ ਹੀ ਨਹੀਂ ਹੋਇਆ। ਤੁਸੀਂ ਸਵਰਗਾਂ ਨੂੰ ਨਹੀਂ ਜਾਣਾ, ਤੁਸੀਂ ਭਲਾ ਇਸ ਆਰੇ ਥੱਲੇ ਆਪਣਾ ਸਿਰ ਕਿਉਂ ਨਾ ਦਿੱਤਾ? ਕਹਿਣ ਲੱਗੇ ਸਾਰਿਆਂ ਨੂੰ ਸਜ਼ਾਵਾਂ ਹੋਣਗੀਆਂ। ਹੱਥ ਜੋੜੇ ਕਹਿਣ ਲੱਗੇ ਜੀ ਸਾਡਾ ਰੋਟੀ ਪਾਣੀ ਚੱਲਦਾ। ਕਹਿੰਦੇ ਚੰਗਾ ਫਿਰ ਬੰਦੇ ਬਣ ਜਾਓ, ਅੱਜ ਤੋਂ ਬਾਅਦ ਇਹਦੇ ਉੱਤੇ ਇਹਨੂੰ ਚੰਗੀ ਤਰੀਕੇ ਨਾਲ ਢੱਕ ਦਿਓ, ਅੱਜ ਤੋਂ ਬਾਅਦ ਇਹ ਪਾਪ ਇੱਥੇ ਨਾ ਕਰਿਆ। ਮਹਾਰਾਜ ਕਾਂਸ਼ੀ ਵਿੱਚ ਜਾ ਕਰਕੇ ਉਹ ਕਰਵੱਤ ਵੀ ਧਰਾ ਲਿਆ ਸਿਰ ਤੇ, 2 ਫਾੜ ਕਰਵਾ ਲਿਆ ਸਰੀਰ ਨੂੰ। ਮਨ ਕੀ ਮੈਲ ਨਾ ਉਤਰੈ ਇਹ ਬਿਦ। ਭਾਈ ਭਲਾ ਜੇ ਕੋਈ ਇਹ ਵੀ ਤਰੀਕਾ ਵਰਤ ਲੇ ਪਰ ਮਨ ਦੀ ਮੈਲ ਤੇ ਨਹੀਂ ਨਾ ਉਤਰ ਸਕਦੀ। ਕਿਸੇ ਤੀਰਥ ਤੇ ਜਾ ਕਰਕੇ ਆਪਣੇ ਆਪ ਨੂੰ ਮਾਰ ਲਵੇ। ਕੋਈ ਯਤਨ ਕਰੇ ਕਿ ਮੈਂ ਜੀ ਦਰਬਾਰ ਸਾਹਿਬ ਸਰੋਵਰ 'ਚ ਜਾ ਕੇ ਛਾਲ ਮਾਰ ਕੇ ਚੜ੍ਹਾਈ ਕਰ ਜਾਵਾਂਗਾ, ਤੇ ਕੀ ਮਨ ਦੀ ਮੈਲ ਉਤਰ ਜਾਵੇਗੀ? ਨਹੀਂ ਭਾਈ, ਮਨ ਦੀ ਮੈਲ ਗੁਰੂ ਕੀ ਬਖਸ਼ਿਸ਼ ਤੋਂ ਬਿਨਾ, ਨਾਮ ਬਾਣੀ ਸਿਮਰਨ ਅਭਿਆਸ ਤੋਂ ਬਿਨਾ ਕਦੀ ਵਾਸਤੇ ਉਤਰ ਨਹੀਂ ਸਕਦੀ। ਗੁਰੂ ਕੀ ਆਗਿਆ ਮੰਨਣ ਤੋਂ ਬਿਨਾ ਮਹਾਰਾਜ ਜੀ ਨੇ ਤੇ ਬਚਨ ਕੀਤੇ ਨੇ। ਕਿਵੇਂ ਭਾਈ ਕੋਈ ਆਤਮ ਘਾਤ ਕਰਕੇ ਤੇ ਮੁਕਤ ਹੋ ਸਕਦਾ ਜਦੋਂ ਬਚਨ ਹਨ ਆਤਮ ਘਾਤੀ ਹੈ ਜਗਤ ਕਸਾਈ। ਇਹ ਬਚਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ ਰੂਪ ਵਿੱਚ ਕਰਦੇ ਹਨ। ਇਸ ਕਰਕੇ ਮਹਾਰਾਜ ਇਹ ਯਤਨ ਕਰਨੇ ਤੇ ਵੀ, ਤੀਰਥਾਂ ਤੇ ਵਸਣੇ ਤੇ ਵੀ, ਮਹਾਰਾਜ ਸਿਰ ਤੇ ਕਾਂਸ਼ੀ ਕਰਵੱਤ ਧਰਾਉਣੇ ਤੇ ਵੀ ਮਨ ਦੀ ਮੈਲ ਉਤਰੀ ਨਹੀਂ ਜੀ। ਜੇ ਲੱਖ ਯਤਨ ਕਰਾਏ। ਮਹਾਰਾਜ ਲੱਖਾਂ ਹੀ ਯਤਨ ਕਰਕੇ ਇਹੋ ਜਿਹੇ ਵੇਖ ਲਏ ਹਨ। ਕਨਕ ਕਾਮਨੀ ਹੈਵਰ ਗੈਵਰ। ਮਹਾਰਾਜ ਜੀ ਕਣਕ ਸੋਨਾ, ਕਾਮਣੀ ਇਸਤਰੀ, ਹੈਵਰ ਨਾਮ ਘੋੜੇ ਤੇ ਗੈਵਰ ਹਾਥੀ। ਏਡਾ ਵੱਡਾ ਦਾਨੀ ਬਣ ਗਿਆ। ਇਸਤਰੀ ਦਾ ਦਾਨ ਵੀ ਦੇ ਦਿੱਤਾ, ਸੋਨਾ ਵੀ ਦਾਨ ਕਰ ਦਿੱਤਾ, ਫਿਰ ਘੋੜੇ ਵੀ ਦਾਨ ਕਰ ਦਿੱਤੇ, ਹੈਵਰ ਚਿੱਟੇ ਹਾਥੀ ਵੀ ਦਾਨ ਕਰ ਦਿੱਤੇ ਜੀ, ਗੈਵਰ ਚਿੱਟੇ ਹਾਥੀ ਵੀ ਦਾਨ ਕਰ ਦਿੱਤੇ। ਬਹੁ ਵਿਦ ਦਾਨ ਦਾਤਾਰ। ਬਹੁਤੀਆਂ ਵਿਧੀਆਂ ਕਰਕੇ ਜਿਹੜਾ ਦਾਨ ਹੈ ਦੇ ਕਰਕੇ ਤੇ ਦਤਾਰਾ ਦਾਤਾ ਹੋ ਕਰਕੇ ਸੰਸਾਰ ਤੇ ਵਿਚਰਨ ਲੱਗਾ। ਦੁਨੀਆ ਦੇ ਲੋਕ ਕਹਿਣ ਲੱਗੇ ਫਲਾਣਾ ਸੋ ਬਹੁਤਾ ਵੱਡਾ ਦਾਨੀ ਹੈ। ਗੁਰਦੁਆਰਿਓਂ ਵੀ ਨਾਮ ਬੋਲਣ ਲੱਗਾ ਦਾਨੀ ਸੱਜਣਾ ਦੇ ਨਾਮ। ਜਿਹੜੀ ਉਹ ਲਿਸਟ ਬਣੀ ਨਾ ਉਹਦੇ ਵਿੱਚ ਦਾਸ ਦਾ ਨਾਂ ਲਿਖਿਆ ਗਿਆ ਜੇ। ਅੰਨ ਬਸਤਰ ਭੂਮ ਬਹੁ ਅਰਪੇ। ਅੰਨ ਦੀ ਜਿਹੜੀ ਅਰਪਣਾ ਕਰ ਦਿੱਤੀ, ਬਸਤਰ ਵੰਡ ਦਿੱਤੇ, ਭੂਮ ਧਰਤੀ ਦਾਨ ਵਿੱਚ ਦੇ ਦਿੱਤੀ। ਮਹਾਰਾਜ ਬਹੁਤ ਤਰੀਕਿਆਂ ਦੇ ਨਾਲ ਨਹਿ ਮਿਲੀਐ ਹਰ ਦੁਆਰਾ। ਇੰਨਾ ਕੁਝ ਕਰਕੇ ਵੀ ਓੜਕ ਹੰਕਾਰ ਹੀ ਪੱਲੇ ਪਿਆ ਨਾ। ਹਰੀ ਪਰਮੇਸ਼ਰ ਵਾਹਿਗੁਰੂ ਆਪ ਜੀ ਦਾ ਦਵਾਰ ਪ੍ਰਾਪਤ ਨਹੀਂ ਹੋਇਆ। ਇੰਨੇ ਯਤਨ ਕਰ ਲਏ, ਸੋਨਾ, ਇਸਤਰੀ, ਘੋੜੇ, ਹਾਥੀ, ਅੰਨ, ਬਸਤਰ, ਭੂਮੀ ਸਭ ਕੁਝ ਹੀ ਦਾਨ ਵਿੱਚ ਦੇ ਕੇ ਵੇਖ ਲਈ, ਪਰ ਆਪ ਜੀ ਦਾ ਦੁਬਾਰਾ ਨਹੀਂ ਮਿਲਿਆ ਜੇ। ਪੂਜਾ ਅਰਚਾ ਬੰਦਨ ਡੰਡੌਤ। ਮਹਾਰਾਜ ਇਸ ਤੋਂ ਅੱਗੇ ਪੂਜਾ, ਜਿਹੜੀ ਮੂਰਤੀ ਪੂਜਾ ਕਰਨੀ ਹੈ, ਆਰਤੀਆਂ ਆਦਿ ਕਰਨੀਆਂ ਹਨ, ਫਿਰ ਅਰਚਾ ਅਰਚਨਾ ਕਰਨੀ, ਉੱਤੇ ਛਿੜਕਾ ਕਰਨਾ, ਡੰਡੌਤਾਂ ਕਰੀ ਜਾਣੀਆਂ ਜੇ। ਖਟ ਕਰਮਾ ਰਤ ਰਹਿਤਾ। 6 ਕਰਮ ਵੀ ਕਰਕੇ ਉਹਨਾਂ ਵਿੱਚ ਲੱਗਾ ਰਿਹਾ ਜੇ। ਹਉ ਹਉ ਕਰਤ ਬੰਧਨ ਮਹਿ ਪਰਿਆ। ਪਰ ਹਾਂ ਹਾਂ ਕਰਦਾ, ਮੈਂ ਹਾਂ, ਮੈਂ ਕਰ ਰਿਹਾ, ਪਾਸੇ ਹੋ ਜਾਵੋ, ਮੇਰਾ ਸਮਾਂ ਹੋ ਗਿਆ ਹੈ। ਲੋਕਾਂ ਨੂੰ ਗਾਲਾਂ ਹੀ ਕੱਢਦਾ, ਗਲੀਆਂ 'ਚ ਤੁਰਿਆ ਫਿਰਦਾ ਹੀ ਵੇਖੇ ਨੇ ਬਹੁਤੇ, ਜਿਹੜੇ ਬਹੁਤੇ ਇਹੋ ਜਿਹੇ ਨੇ ਨਾ। ਭਾਈ ਤੇਰਾ ਬੇੜਾ ਬਹਿ ਜੇ, ਮੇਰਾ ਟਾਈਮ ਲੰਘੀ ਜਾਂਦਾ। ਭੈੜੇ ਬੋਲਦਿਆਂ ਹੀ ਕਈ ਗੁਰਦੁਆਰਾ ਸਾਹਿਬ ਤੱਕ ਵੀ ਪਹੁੰਚਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਹਉ ਹਉ ਕਰਤ ਬੰਧਨ ਮੈਂ ਭਰਿਆ। ਹਉ ਹਉ ਕਰਦਾ, ਮੈਂ ਕਰਦਾ, ਬੰਧਨਾਂ ਵਿੱਚ ਹੀ ਪੈ ਗਿਆ।
ਪੂਜਾ ਵੀ ਕਰੀ ਗਿਆ, ਅਰਚਨਾ ਵੀ ਕਰੀ ਗਿਆ। ਮਹਾਰਾਜ ਓੜਕ ਬੰਧਨਾ ਵਿੱਚ ਹੀ ਪਿਆ ਹੋਇਆ ਹਾਂ ਜੇ। ਨਹਿ ਮਿਲੀਐ ਇਹ ਜੁਗਤਾ, ਇਹ ਜਿਹੜੀ ਜੁਗਤੀ ਵੀ ਵਰਤ ਕੇ ਵੇਖ ਲਈ ਪਰ ਮਿਲਿਆ ਨਹੀਂ ਗਿਆ ਜੀ। ਨਹੀਂ ਆਪ ਜੀ ਦੇ ਦਰ ਦਾ ਰਸਤਾ ਪ੍ਰਾਪਤ ਹੋਇਆ ਸਾਨੂੰ। ਜੋਗ ਸਿੱਧ ਆਸਣ 84 ਮਹਾਰਾਜ ਜੋਗੀਆਂ ਦੇ ਜਿਹੜੇ ਆਸਣ ਹਨ, ਜਿਹੜੇ ਸਿੱਧ ਲੋਕ ਆਸਣ 84 ਆਸਣ ਕਰਦੇ ਨੇ, ਉਹ ਆਸਣ ਕਰਕੇ ਵੀ ਵੇਖ ਲਏ ਜੀ। ਇਹ ਵੀ ਕਰ ਕਰ ਰਹਿਆ, ਇਹ ਵੀ ਕਰਦਾ ਕਰਦਾ ਓੜਕ ਰਹਿ ਹੀ ਗਿਆ ਹਾਂ। ਵੱਡੀ ਆਰਜਾ ਫਿਰ ਜਨਮੈ, ਵੱਡੀ ਆਰਜਾ ਹੋ ਗਈ, ਲੱਖਾਂ ਵਰਿਆਂ ਦੀ ਆਜੂ ਵੀ ਹੋ ਗਈ। ਪਰ ਫਿਰ ਕੀ ਹੋਇਆ ਜੀ? ਜੇ ਬਹੁਤੇ ਵਰੇ ਵੀ ਉਮਰ ਹੋ ਗਈ, ਫਿਰ ਵੀ ਓੜਕ ਤੇ ਮਰਨਾ ਤੇ ਜੰਮਣ ਤੇ ਮਰਨ ਦਾ ਗੇੜ ਤਾਂ ਬਣਿਆ ਹੀ ਰਿਹਾ ਨਾ। ਜੰਮਣ ਮਰਨ ਤੇ ਨਾ ਛੁਟਕਿਆ, ਵੱਡੀ ਆਜੂ ਦਾ ਹੰਕਾਰ ਨਾਲ ਲੱਗ ਗਿਆ ਆਪਣੇ। ਜਿਵੇਂ ਆਪਾਂ ਸਿੱਧਾਂ ਦੀ ਕਥਾ ਪੜ੍ਹਦੇ, ਵੱਡੀ ਆਜੂ ਹੋ ਗਈ। ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਅਭਿਲਾਸ਼ੀ ਹੋਏ ਤੇ ਸਤਿਗੁਰੂ ਸਾਹਿਬ ਜੀ ਨੂੰ ਬਾਲਾ ਹੀ ਦੱਸਦੇ ਨੇ, ਬਾਲਾ ਹੀ ਬਾਲਕ ਦੱਸਦੇ ਨੇ। ਧੰਨ ਗੁਰਦੇਵ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਮੇਰੇ ਗੁਰਦੇਵ ਜੀ ਨੇ ਬਖਸ਼ਿਸ਼ ਕੀਤੀ, ਐਸੀ ਸਿੱਧ ਗੋਸ਼ਟ ਕੀਤੀ, ਕਪਾੜ ਖੋਲ ਕੇ ਰੱਖ ਦਿੱਤੇ। ਸਿੱਧੋ ਅਜਾਈ ਉਮਰ ਆਪਣੀ ਗਵਾ ਦਿੱਤੀ। ਇੱਥੋਂ ਤੱਕ ਕਹਿ ਦਿੱਤਾ, ਬਾਬਾ ਆਖੈ ਭੰਗਰਨਾਥ ਤੇਰੀ ਮਾਓ ਕੁਚੱਜੀ ਆਈ। ਕਹਿਣ ਲੱਗੇ ਕਿਹੋ ਜੀ ਮਾਂ ਕੁਚੱਜੀ ਦੀ ਘਰੇ ਜੰਮ ਪਿਆ ਭੰਗਰਨਾਥ। ਸੋ ਫਟਿਆ ਭਾਂਡਾ ਦੁੱਧ ਦਾ, ਜਿਨ ਦੁੱਧ ਵਿੱਚ ਕਾਂਜੀ ਪਾਈ। ਇਹੋ ਜਿਹਾ ਤੇਰਾ ਜੀਵਨ ਬਣ ਗਿਆ, ਸਾਰਾ ਭਾਂਡਾ ਹੀ ਇਹ ਜੀਵਨ ਹੀ ਤੂੰ ਆਪਣਾ ਗਾਲ ਲਿਆ। ਸਿੱਧ ਤੇ ਬਣੇ ਫਿਰਦੇ ਜੇ, ਵੱਡੀ ਆਜੂ ਵੀ ਹੋ ਗਈ। ਪਰ ਮਹਾਰਾਜ ਜੀ ਇਹ ਵੀ ਕਰ ਕਰਕੇ ਵੇਖ ਲਿਆ, ਪਰ ਵੱਡੀ ਆਰਜਾ ਹੋਣੇ ਤੇ ਵੀ ਵੱਡੀ ਆਰਜਾ ਦਾ ਹੰਕਾਰ ਹੋ ਗਿਆ। ਮਸਲਾ ਕੀ ਹੈ? ਗੁਰਸਿੱਖੋ ਜਿੰਨੇ ਵੀ ਸਾਧਨ ਨੇ, ਪਾਠ ਪੜ੍ਹੇ ਤੇ ਹੰਕਾਰ ਲੱਗ ਗਿਆ। ਬਹੁਤੀ ਪੂਜਾ ਅਰਚਾ ਕੀਤੀ, ਹੰਕਾਰ ਆਣ ਕੇ ਚੰਬੜ ਗਿਆ। ਬਹੁਤੀ ਵੱਡੀ ਆਜੂ ਕਰ ਲਈ, ਸਾਧਨਾ ਸਾਧ ਕੇ, ਤੇ ਇਹ ਹੰਕਾਰ ਆਣ ਕੇ ਲੱਗ ਗਿਆ ਮੈਨੂੰ ਬਾਬਾ ਜੀ ਕਹੋ, ਮੈਂ ਹੁਣ ਵੱਡੀ ਉਮਰ ਵਾਲਾ ਹਾਂ। ਆ ਵੇਖਦੇ ਆ ਪਿੰਡ ਵਿੱਚ ਕਈ ਇਹੋ ਜਿਹੇ ਹੁੰਦੇ ਨੇ, ਪਿੰਡਾਂ ਥਾਵਾਂ ਸ਼ਹਿਰਾਂ ਦੇ ਵਿੱਚ ਸਭ ਨਾਲੋਂ ਸਿਰੇ ਦੀ ਚਵਲ ਮਾਰਨਗੇ ਤੇ ਲੋਕੀ ਕਹਿਣਗੇ ਤੁਹਾਡਾ ਬਜ਼ੁਰਗ ਹੈ, ਇਹਦਾ ਸਤਿਕਾਰ ਕਰਿਆ। ਸਭ ਨਾਲੋਂ ਸਿਰੇ ਦੀਆਂ ਭੈੜੀਆਂ ਬਕਵਾਸ ਗੱਲਾਂ ਕਰਨ ਵਾਲਿਆਂ ਨੂੰ ਵੀ ਲੋਕੀ ਕਹਿੰਦੇ ਇਹਨੂੰ ਤੁਹਾਡਾ ਬਾਬਾ ਵੱਡਾ ਏ, ਤੁਹਾਡਾ ਭਾਈ। ਨਹੀਂ, ਜੇ ਵੱਡੀ ਆਜੂ ਵੀ ਹੋ ਗਈ, ਜੇ ਕਰਤੂਤ ਚੰਗੀ ਨਹੀਂ ਤਾਂ ਮਹਾਰਾਜ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਇੱਥੇ ਕਰਤੂਤ ਹੈ, ਜਿਹਨੂੰ ਤੁਸੀਂ ਸਾਡੇ ਵਡੇਰੇ ਪੜਿਆ ਕਰਦੇ ਸਨ, ਉੱਥੇ ਅਮਲਾਂ ਦੇ ਹੋਣੇ ਨੇ ਨਿਬੇੜੇ, ਕਿਸੇ ਨਹੀਂ ਤੇਰੀ ਜਾਤ ਪੁੱਛਣੀ। ਉੱਥੇ ਸੱਜਣਾ ਉਮਰ ਨਹੀਂ ਪੁੱਛੀ ਜਾਂਦੀ, ਉੱਥੇ ਜਾਤੀ ਨਹੀਂ ਪੁੱਛੀ ਜਾਂਦੀ, ਉੱਥੇ ਤੇ ਕਰਤੂਤ ਪੁੱਛੀ ਜਾਂਦੀ। ਕਰਤੂਤ ਕੀ ਤੇਰੀ ਕਰਤੂਤ ਹੈ? ਇਸ ਕਰਕੇ ਕਹਿੰਦੇ ਵੱਡੀ ਆਰਜਾ ਵੀ ਹੋ ਗਈ, ਉਮਰ ਵੀ ਹੋ ਗਈ, ਫੇਰ ਵੀ ਵਾਰ-ਵਾਰ ਜੰਮਦਾ ਮਰਦਾ ਹੀ ਫਿਰਦਾ। ਮਹਾਰਾਜ ਮੇਰੀ ਤੇ ਐਸੀ ਅਵਸਥਾ। ਇਹ ਸਿੱਖ ਬੇਨਤੀਆਂ ਕਰ ਰਿਹਾ ਹੈ। ਇਹ ਜਿੰਨੇ ਪਦੇ ਪੌੜੀਆਂ ਆਪ ਜੀ ਸੁਣ ਰਹੇ ਹੋ, ਇਹ ਸਿੱਖ ਮੁਖ ਦੁਆਰਾ ਬੇਨਤੀ। ਮਹਾਰਾਜ ਵੱਡੀ ਉਮਰ ਵੀ ਹੋ ਗਈ ਪਰ ਜੰਮਣ ਮਰਨ ਛੁੱਟਿਆ ਨਹੀਂ ਜੀ ਮੇਰਾ। ਹਰ ਸਿਓ ਸੰਗ ਨਾ ਗਹਿਆ, ਵੱਡੀ ਉਮਰ ਪਾ ਕਰਕੇ ਵੀ ਹਰੀ ਪਰਮੇਸ਼ਰ ਦਾ ਸੰਗ ਨਹੀਂ ਪ੍ਰਾਪਤ ਕੀਤਾ ਜੀ, ਨਹੀਂ ਲੱਗਾ ਸੰਗਤ ਵਿੱਚ। ਸੋ ਵੱਡੀ ਉਮਰ ਪਾ ਕੇ ਅਜੇ ਵੀ 70-72 ਹੋ ਗਿਆ। ਕਹਿਣ ਲੱਗੇ ਹੁਣ ਤੇ ਅੰਮ੍ਰਿਤ ਛਕ ਲਾ। ਕਹਿੰਦਾ ਆ ਪੋਤਰੇ ਦਾ ਵਿਆਹ ਵੇਖ ਲੈਣ ਦੋ, ਉਹ 'ਚ ਸਿਰਫ ਮੈਂ ਡੱਫਣੀ ਆ, ਫਿਰ ਮੈਂ ਅੰਮ੍ਰਿਤਧਾਰੀ ਹੋ ਜਾਵਾਂਗਾ। ਸੋ ਪੋਤਰੇ ਦੇ ਵਿਆਹ ਤੱਕ ਮੈਨੂੰ ਤੁਸੀਂ ਛੁੱਟੀ ਦੇ ਦਵੋ ਬਾਬਾ ਜੀ, ਤੇ ਬਾਤ ਬਣ ਜਾਵੇਗੀ। ਸੋ ਮਹਾਰਾਜ ਇਹੋ ਜਿਹੇ ਕਰਮ ਕਰਦਾ ਹਰੀ ਪਰਮੇਸ਼ਰ ਵਾਹਿਗੁਰੂ ਦਾ ਸੰਗਤ ਕੀਤੀ ਨਹੀਂ ਜੀ। ਰਾਜ ਲੀਲਾ ਰਾਜਨ ਕੀ ਰਚਨਾ, ਰਾਜਾ ਬਣ ਕੇ ਬੈਠ ਗਿਆ, ਵੋਟਾਂ ਪਵਾ ਲੀਆਂ ਬਹੁਤੀਆਂ, ਰਾਜ ਲੀਲਾ ਵਿੱਚ ਲੱਗ ਗਿਆ ਜੀ। ਕਰਿਆ ਹੁਕਮ ਅਫਾਰਾ, ਕਹਿੰਦੇ ਭਾਈ ਹੁਕਮ ਸੰਸਾਰ ਦੇ ਉੱਤੇ ਜਿਹੜਾ ਟਾਲਿਆ ਨਾ ਜਾਵੇ। ਮੈਂ ਜੋ ਕਹਿ ਦਵਾਂ ਇਹੋ ਹੀ ਕਾਨੂੰਨ ਹੈ, ਇਹੋ ਜਿਹਾ ਸੁਭਾਅ ਬਣਾ ਲਿਆ।
ਜਿੱਧਰ ਨੂੰ ਜੋ ਗੱਲ ਕਹਿੰਦਾ ਹੈ ਮੂੰਹ ਚੋਂ ਕੱਢਦਾ ਹੈ ਪੂਰੀ ਕਰਵਾ ਦਿੰਦੇ ਹਨ। ਸੇਜ ਸੋਹਣੀ ਚੰਦਨ ਚੋਆ, ਸੋਹਣੀਆਂ ਸੇਜਾਂ ਮੰਨਣ ਲੱਗ ਪਿਆ। ਚੰਦਨ ਚਵਾਲੇ ਇਤਰ ਫਲੇਲ ਛਟਕਾਲੇ ਸਰੀਰ ਤੇ ਸੇਜਾਂ ਤੇ। ਨਰਕ ਘੋਰ ਕਾ ਦੁਆਰਾ, ਮਹਾਰਾਜ ਕਹਿੰਦੇ ਭਾਈ ਇਹ ਸਾਰੇ ਨਰਕਾਂ ਦੇ ਦੁਆਰੇ ਹੀ ਖੁੱਲ ਰਹੇ ਨੇ, ਜਿਹਨੂੰ ਆਪਾਂ ਕਹਿੰਦੇ ਤਪੋਂ ਰਾਜ ਤੇ ਰਾਜੋਂ ਨਰਕ। ਸੋ ਰਾਜਾ ਵੀ ਹੋ ਕਰਕੇ ਬੈਠ ਗਿਆ, ਹੁਕਮ ਵੀ ਚੱਲ ਗਿਆ, ਸੋਹਣੀਆਂ ਸੇਜਾਂ ਦਾ ਸੁਖ ਵੀ ਮੰਨ ਲਿਆ, ਪਰ ਸੱਜਣੋ ਓੜਕ ਤੇ ਨਰਕਾਂ ਦਾ ਦਵਾਰ ਹੀ ਖੁੱਲਾ ਨਾ, ਨਰਕਾਂ ਦਾ ਦਵਾਰ। ਮਹਾਰਾਜ ਇਹ ਸਾਰੀਆਂ ਚੀਜ਼ਾਂ ਵੀ ਮੈਨੂੰ ਨਰਕਾਂ ਨੂੰ ਖੰਡ ਵਾਲੀਆਂ ਹਨ। ਇਹ ਸਭ ਕੁਝ ਵੇਖ ਕਰਕੇ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੈ ਜੀ। ਹਰ ਕੀਰਤ ਸਾਧ ਸੰਗਤ ਹੈ। ਮਹਾਰਾਜ ਆਪ ਜੀ ਕਿਰਪਾ ਕਰਕੇ ਦੱਸੋ ਕਿਵੇਂ ਤਰ੍ਹਾਂ। ਮਹਾਰਾਜ ਕਹਿੰਦੇ ਭਾਈ ਹਰ ਕੀਰਤ ਸਾਧ ਸੰਗਤ ਹੈ। ਜਿਹੜੀ ਸਤ ਸੰਗਤ ਹੈ ਨਾ, ਉੱਥੇ ਹਰੀ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਕੀਰਤੀ ਕਰਨੀ ਹੈ, ਜਿਹੜੀ ਵਡਿਆਈ ਕਰਨੀ ਹੈ, ਜਿਹੜਾ ਰਸਨਾ ਦੁਆਰਾ ਗੁਰੂ ਗੁਰੂ ਜਪਣਾ ਹੈ, ਸੋ ਉਹ ਜਿਹੜੀ ਕੀਰਤੀ ਕਰਨੀ ਹੈ, ਜਿਹੜੀ ਸਾਧੂਆਂ ਦੀ ਸੰਗਤ ਵਿੱਚ ਜਾ ਕਰਕੇ ਸੇਵਾ ਕਰਨੀ ਹੈ। ਸਾਧੂਆਂ ਦੀ ਸੰਗਤ ਦਾ ਮਹਾਤਮ ਕੀ ਹੈ? ਜਦੋਂ ਸੰਸਾਰ ਤੜਫਣ ਲੱਗਾ, ਸਾਧਾਂ ਨੇ ਜਾ ਕਰਕੇ ਵੇਖਿਆ ਦਰਿਆ ਬੰਨਾਂ ਚੋਂ ਬਾਹਰ ਹੋਈ ਜਾਂਦਾ ਹੈ। ਬਾਬਾ ਸੁੱਖਾ ਸਿੰਘ ਜੀ ਸਰਹਾਲੀ ਵਾਲੇ ਮਹਾਂਪੁਰਖਾਂ ਨੇ ਜਾ ਕਰਕੇ ਭਾਈ ਬੰਨ ਬੰਨਣੇ ਸ਼ੁਰੂ ਕਰ ਦਿੱਤੇ, ਆਪ ਨਾਲ ਲੱਗ ਕੇ ਸੇਵਾ ਕੀਤੀ। ਇਹੋ ਜਿਹੇ ਜਿਹੜੇ ਸਾਧੂ ਮਹਾਤਮਾ ਹੈ, ਅਥਵਾ ਜਿਹੜੀ ਸਤਿਗੁਰੂ ਸਾਹਿਬ ਜੀ ਦੀ ਪਿਆਰੀ ਸਾਧ ਸੰਗਤ ਹੈ ਭਾਈ, ਉਹਦੇ ਵਿੱਚ ਹਰੀ ਪਰਮੇਸ਼ਰ ਵਾਹਿਗੁਰੂ ਦੀ ਕੀਰਤੀ ਵਡਿਆਈ ਹੈ। ਨਾਲੇ ਬੰਨ ਬੰਨੋ, ਸਾਧਾਂ ਦੀ ਸੰਗਤ ਦਾ ਫਾਇਦਾ ਕੀ? ਦੂਜਿਆਂ ਨੂੰ ਬੰਨ ਬੰਨਦੇ ਵੇਖੋ, ਭਾਵੇਂ ਜੋ ਮਰਜ਼ੀ ਕਰਦੇ ਨੇ, ਨਾਲ ਗਾਲਾਂ ਕੱਢਣਗੇ ਇੱਕ ਦੂਜੇ ਨੂੰ। ਸਾਧੂ ਬੰਨ ਬੰਨਦੇ ਵੀ ਕਹਿੰਦੇ ਸਾਰੇ ਪੜੋ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਜਪਾਇਆ। ਜਿਹੜਾ ਸਜਣਾ ਉਸ ਸੰਗਤ ਵਿੱਚ ਵਾਹਿਗੁਰੂ ਜਪਣਾ ਹੈ ਨਾ, ਉਹ ਹੀ ਕੀ ਹੈ ਜੀ? ਸਿਰ ਕਰਮਨ ਕੈ ਕਰਮਾ, ਕਹਿੰਦੇ ਸਾਰੇ ਕਰਮਾਂ ਨਾਲੋਂ ਵੱਡਾ ਕਰਮ ਇਹ ਹੈ ਪਰਮੇਸ਼ਰ ਵਾਹਿਗੁਰੂ ਦੀ ਕੀਰਤੀ, ਜਿਹੜਾ ਤੇਰੀ ਰਸਨਾ ਦੁਆਰਾ ਜਪਿਆ ਨਾਮ ਹੈ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਮਹਾਰਾਜ ਮੈਨੂੰ ਇਹ ਪ੍ਰਾਪਤ ਕਰਵਾ ਦਵੋ, ਮੈਨੂੰ ਦਵਾ ਦਵੋ। ਕਹਿੰਦੇ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜੀ ਜਿਸ ਪੁਰਬ ਲਿਖੇ ਕਾ ਲਹਿਣਾ, ਜਿਨ੍ਹਾਂ ਦੇ ਪੂਰਬ ਪਰਮੇਸ਼ਰ ਵਾਹਿਗੁਰੂ ਨੇ ਦਾਤ ਦਿੱਤੀ ਹੋਵੇ, ਪੂਰਬਲੇ ਕੀਤੇ ਹੋਏ ਕਰਮਾਂ ਤੋਂ ਪ੍ਰੇਰੇ ਹੋਏ ਪਰਮੇਸ਼ਰ ਨੇ ਸੰਗਤ ਦੀ ਪ੍ਰਾਪਤੀ ਕਰਵਾ ਦਿੱਤੀ ਜੀ। ਤੇਰੋ ਸੇਵਕ ਇਹ ਰੰਗ ਮਾਤਾ, ਮਹਾਰਾਜ ਜੀ ਦੇ ਜਿਹੜੇ ਪਿਆਰੇ ਸੇਵਕ ਹਨ ਉਹ ਇਸ ਰੰਗ ਪ੍ਰੇਮ ਵਿੱਚ ਲੱਗੇ ਹੋਏ ਹਨ ਜੀ। ਭਇਓ ਕਿਰਪਾਲ ਦੀਨ ਦੁਖ ਭੰਜਨ, ਜਿਨ੍ਹਾਂ ਨੇ ਕੀਰਤਨ ਗਾਇਆ ਏ, ਸੁਣਿਆ ਏ ਸੰਗਤ ਵਿੱਚ ਬੈਠ ਕਰਕੇ, ਕਹਿੰਦੇ ਉਹਨਾਂ ਤੇ ਕਿਰਪਾਲੂ ਜਿਹੜਾ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ, ਦਿਆਲੂ ਪਰਮੇਸ਼ਰ ਉਹਨਾਂ ਤੇ ਦਿਆਲ ਹੋ ਗਿਆ ਜੀ। ਹਰ ਹਰ ਕੀਰਤਨ ਇਹੋ ਮਨ ਰਾਤਾ, ਉਹਨਾਂ ਦਾ ਫਿਰ ਹਰੀ ਪਰਮੇਸ਼ਰ ਵਾਹਿਗੁਰੂ ਦੀ ਕੀਰਤੀ ਦੇ ਵਿੱਚ ਇਹ ਮਨ ਲੱਗ ਗਿਆ ਹੈ ਜੀ। ਰਹਾਉ ਦੂਜਾ, ਇੱਥੇ ਪਹਿਲਾਂ ਸਿੱਖ ਮੁਖ ਦੁਆਰਾ ਬੇਨਤੀ ਸੀ, ਹੁਣ ਸਿੱਖ ਦੇ ਸਵਾਲਾਂ ਦੇ ਜਵਾਬ ਦੇ ਕਰਕੇ ਤੇ ਦੂਸਰਾ ਰਹਾਉ ਉਚਾਰਨ ਕਰਕੇ ਸਮਾਪਤੀ ਕੀਤੀ ਹੈ। ਐਸੀ ਬਖਸ਼ਿਸ਼ ਸਤਿਗੁਰੂ ਸਾਹਿਬ ਜੀ ਨੇ ਪਾਵਨ ਹੁਕਮ ਦੁਆਰਾ ਸਾਡੇ ਤੇ ਕੀਤੀ ਹੈ। ਅੱਜ ਸਾਧ ਸੰਗਤ ਜੀ ਸੰਗਰਾਂਦ ਦਾ ਦਿਹਾੜਾ ਵੀ ਹੈ। ਕਿਰਪਾਲੂ ਸਤਿਗੁਰੂ ਸਾਹਿਬ ਜੀ ਸਾਡੇ ਤੇ ਜੋ ਕਿਰਪਾ ਕਰ ਰਹੇ ਨੇ ਸੰਗਰਾਂਦ ਦੁਆਰਾ, ਅੱਜ ਜੋ ਅੱਸੂ ਦਾ ਮਹੀਨਾ ਸ਼ੁਰੂ ਹੋ ਰਿਹਾ ਹੈ, ਭਾਈ ਗੁਰਸਿੱਖੋ ਵੱਡੀ ਵੱਡੀ ਬਖਸ਼ਿਸ਼ ਸਤਿਗੁਰੂ ਸਾਹਿਬ ਜੀ ਨੇ ਸਾਡੇ ਤੇ ਕੀਤੀ ਹੈ। ਸਾਹਿਬ ਬਾਬਾ ਬੁੱਢਾ ਸਾਹਿਬ ਜੀ ਆਦਿ ਗੁਰਸਿੱਖਾਂ ਨੇ ਬੇਨਤੀ ਕੀਤੀ, ਕਿਰਪਾਲੂ ਜੀਓ ਆਪ ਬਖਸ਼ਿਸ਼ ਕਰੋ, ਰਹਿਮਤ ਕਰੋ। ਪਹਿਲਾਂ ਸੰਸਾਰ ਦੇ ਵਿੱਚ ਪੰਜਾਂ ਤੱਤਾਂ ਦੀ ਪੂਜਾ ਹੀ ਕਰਾਈ ਜਾਂਦੀ ਸਨ। ਅਗਨੀ ਦੀ ਪੂਜਾ ਕਰੋ, ਹਵਾ ਦੀ ਪੂਜਾ ਕਰੋ, ਜਲ ਦੀ ਪੂਜਾ ਕਰੋ, ਆਕਾਸ਼ ਦੀ ਪੂਜਾ ਕਰੋ, ਇਵੇਂ ਪੂਜਾ ਵਿੱਚ ਲਾਇਆ ਹੋਇਆ ਸੀ। ਧੰਨ ਗੁਰਦੇਵ ਸਤਿਗੁਰੂ ਸਾਹਿਬ ਜੀ ਆਪ ਜੀ ਨੇ ਬਖਸ਼ਿਸ਼ ਕੀਤੀ ਹੈ। ਜਿਵੇਂ ਬਾਬਾ ਲਹਿਣਾ ਜੀ ਆਦਿ ਗੁਰੂ ਕੇ ਸਿੱਖ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਅਜੇ ਬਾਬਾ ਲਹਿਣਾ ਜੀ ਸਰੂਪ ਵਿੱਚ ਬੇਨਤੀ ਕੀਤੀ, ਮਹਾਰਾਜ ਆਪ ਜੀ ਕਿਰਪਾ ਕਰੋ। ਲੋਕ ਮਹੀਨਿਆਂ ਦੀ ਪੂਜਾ ਕਰਦੇ ਨੇ, ਮਹੀਨਿਆਂ ਦੀ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਰਹਿਮਤ ਕਰਕੇ ਇਹ ਮਹੀਨਿਆਂ ਦੀ ਪੂਜਾ ਤੋਂ ਵੀ ਸਾਨੂੰ ਛੁਡਾ ਦਿਓ। ਆਪ ਐਸਾ ਪਵਿੱਤਰ ਉਪਦੇਸ਼ ਬਖਸ਼ਿਸ਼ ਕਰੋ
ਆਪ ਜੀ ਦੇ ਜੋ ਪਿਆਰੇ ਸਿੱਖ ਹਨ ਉਹਨਾਂ ਨੂੰ ਅੰਮ੍ਰਿਤ ਉਪਦੇਸ਼ ਬਖਸ਼ ਕਰਕੇ, ਰਹਿਮਤ ਕਰਕੇ ਪਰਮੇਸ਼ਰ ਦੀ ਕੀਰਤੀ ਵਿੱਚ ਲਾਓ। ਤਾਂ ਭਾਈ ਤੁਖਾਰੀ ਰਾਗ ਵਿੱਚ ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 12ਵਾਂ ਉਚਾਰਨ ਕੀਤਾ। ਫਿਰ ਉਪਰੰਤ ਧੰਨ ਸਾਹਿਬ ਬਾਬਾ ਬੁੱਢਾ ਜੀ, ਫਿਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਜੀ ਤੁਖਾਰੀ ਰਾਗ ਵਾਲਾ ਜਿਹੜਾ 12ਵਾਂ ਹੈ ਉਹਦੇ ਅਰਥ ਬੜੇ ਮਹਿੰਗੇ ਹਨ, ਉੱਚ ਰੂਪਕ ਅਲੰਕਾਰ ਬੜੇ ਸਤਿਗੁਰੂ ਸਾਹਿਬ ਜੀ ਨੇ ਵਰਤੇ ਨੇ। ਅਸੀਂ ਮਹਾਰਾਜ ਦੇਸੀ ਜੱਟ ਬੂਟ ਹਾਂ, ਸਾਡੇ ਕੋਲੋਂ ਉਹ ਅਰਥ ਸਿੱਧੇ ਸਿੱਧੇ ਪੜ੍ਹਿਆ ਸਮਝ ਨਹੀਂ ਆਉਂਦੇ। ਆਪ ਕਿਰਪਾ ਕਰੋ। ਦੇਸ਼ ਭਾਸ਼ਾ ਉਸ ਸਮੇਂ ਮੱਝ ਕੀ ਬੋਲੀ, ਜਿਹੜੇ ਮਾਝੇ ਇਲਾਕੇ ਦੀ ਭਾਸ਼ਾ ਹੈ, ਮਹਾਰਾਜ ਇਹਦੇ ਵਿੱਚ ਆਪ ਕਿਰਪਾ ਕਰਕੇ ਸਾਨੂੰ ਉਪਦੇਸ਼ ਬਖਸ਼ੋ। ਤਾਂ ਸਤਿਗੁਰੂ ਸਾਹਿਬ ਜੀ ਨੇ ਜੋ ਹੁਣ ਆਪਾਂ 12ਵਾਂ ਦੇ ਜਾਪ ਗੁਰੂ ਘਰਾਂ ਵਿੱਚੋਂ ਸਰਵਣ ਕਰਦੇ, ਮਹੀਨੇ ਦਾ ਉਪਦੇਸ਼ ਸਰਵਣ ਕਰਦੇ ਹਾਂ, ਇਹ ਪਾਵਨ ਗੁਰਬਾਣੀ 12 ਮਾਹ ਦੀ ਹੈ ਮਾਝ ਰਾਗ ਦੇ ਅੰਦਰ। ਇਹ ਪੰਜਵੇਂ ਪਾਤਸ਼ਾਹ ਪ੍ਰੀਤਮ ਸਤਿਗੁਰੂ ਸਾਹਿਬ ਜੀ ਜਿਨ੍ਹਾਂ ਦਾ ਅੱਜ ਗੁਰਤਾ ਗੱਦੀ ਦਿਵਸ ਵੀ ਹੈ, ਉਸ ਕਿਰਪਾਲੂ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ। ਉਹ ਜੋ ਰਹਿਮਤ ਕਰ ਰਹੇ ਨੇ ਮਹੀਨੇ ਦੁਆਰਾ, ਇਹ ਮਹੀਨੇ ਦਾ ਉਪਦੇਸ਼ ਹੈ। ਇੱਥੇ ਇਹ ਨਹੀਂ ਕਿ ਮਹਾਰਾਜ ਜੀ ਨੇ ਸੂਰਜ ਪੂਜਾ ਕਰਨ ਲਈ ਕਿਹਾ ਹੈ ਕਿ ਸੰਗਰਾਂਦ ਦੇ ਦਿਹਾੜੇ ਤੇ ਸੂਰਜ ਦੀ ਪੂਜਾ ਕਰਨੀ। ਪਹਿਲਾਂ ਲੋਕ ਸੰਗਰਾਂਦ ਦੇ ਦਿਨ ਤੇ ਸੂਰਜ ਪੂਜਾ ਕਰਦੇ ਸਨ। ਮਹਾਰਾਜ ਨੇ ਇੱਥੇ ਕਿਰਪਾ ਕਰਕੇ, ਰਹਿਮਤ ਕਰਕੇ ਸਾਨੂੰ ਉਪਦੇਸ਼ ਦਿੰਦੇ ਨੇ ਹਰ ਮਹੀਨੇ ਦੁਆਰਾ। ਗੁਰੂ ਕੈ ਸਿੱਖਾ, ਜਿਵੇਂ ਪਿਛਲੇ ਮਹੀਨੇ ਕਿਹਾ ਸੀ, ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ, ਲੱਖ ਸ਼ਿਗਾਰ ਬਣਾਇਆ ਕਾਰਜ ਨਾਹੀ ਕੀਤ। ਜੇ ਦਵੈਤ ਵਿੱਚ ਲੱਗਾ ਹੋਇਆ ਤੇ ਜਿੰਨੇ ਮਰਜ਼ੀ ਸ਼ਿੰਗਾਰ ਕਰੀ ਜਾ, ਕਿਸੇ ਕੰਮ ਨਹੀਂ। ਹੁਣ ਜੋ ਅੱਸੂ ਦੇ ਮਹੀਨੇ ਦੁਆਰਾ ਉਪਦੇਸ਼ ਦੇ ਰਹੇ ਨੇ, ਉਹ ਆਓ ਮਨਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸੁਨ ਪ੍ਰੇਮ ਉਮਾਹੜਾ। ਸੋ ਭਾਈ ਆ ਸੁਣ ਜਿੰਨੇ ਭਾਈ ਪ੍ਰੇਮ ਕਰਨਾ ਨਾ ਸਤਿਗੁਰੂ ਸਾਹਿਬ ਜੀ ਦੇ ਨਾਲ, ਮਹਾਰਾਜ ਕਹਿੰਦੇ ਆ ਕਰਕੇ ਗੁਰਬਾਣੀ ਨੂੰ ਕੰਨਾਂ ਦੁਆਰਾ ਸੁਣਨਾ ਕਰ। ਜਿਹੜਾ ਸੁਣੇਗਾ ਜੀ ਉੱਤੇ ਕੀ ਬਖਸ਼ਿਸ਼ ਹੋਵੇਗੀ। ਸੁਣ ਐ ਸਿੱਧ ਪੀਰ ਸੁਰਨਾਥ, ਸੁਣ ਐ ਧਰਤਵਲ ਆਕਾਸ਼, ਸੁਣ ਐ ਦੀਪ ਲੋ ਪਾਤਾਲ। ਸੋ ਭਾਈ ਸੁਣ ਦੇ ਨਾਲ, ਸੁਣ ਐ ਈਸਰ ਬਰਮਾ ਇੰਦ, ਸੁਣ ਐ ਮੁਖ ਸਲਾਹਣ ਮੰਦ, ਸੁਣ ਐ ਜੋਗ ਜੁਗਤ ਤਨ ਭੇਦ, ਸੁਣ ਐ ਸਾਸਤ ਸਿਮਰਤ ਵੇਦ। ਐਸਾ ਜੋ ਸੁਣ ਦੀ ਵੱਡੀ ਬਖਸ਼ਿਸ਼ ਹੈ, ਉਹ ਭਾਈ ਸੁਣਨਾ ਕਰ। ਸੁਣ ਦੇ ਨਾਲ ਕੀ ਹੋਵੇਗਾ? ਪ੍ਰੇਮ ਲੱਗ ਜਾਵੇਗਾ। ਪ੍ਰੇਮ ਦੀ ਅਵਸਥਾ ਮਹਾਂਪੁਰਖਾਂ ਸਮਝਾਈ। ਪ੍ਰੇਮ ਹੈ ਕੀ ਹੈ? ਇੱਕ ਪ੍ਰੇਮ ਹੈ ਪਤੀ ਤੇ ਸਤੀ ਦਾ, ਇੱਕ ਪ੍ਰੇਮ ਹੈ ਪਿਤਾ ਤੇ ਪੁੱਤਰ ਦਾ, ਇੱਕ ਪ੍ਰੇਮ ਹੈ ਸੁਆਮੀ ਤੇ ਮਾਲਕ ਦਾ, ਇੱਕ ਪ੍ਰੇਮ ਹੈ ਵਣਜਾਰੇ ਤੇ ਸ਼ਾਹੂਕਾਰ ਦਾ, ਇੱਕ ਪ੍ਰੇਮ ਹੈ ਮਿੱਤਰ ਦਾ ਮਿੱਤਰ ਦੇ ਨਾਲ। ਐਸਾ ਜਿਹੜਾ ਪ੍ਰੇਮ ਹੈ ਭਾਈ, ਉਹਦਾ ਅਮਾਹ ਹਿਰਦੇ ਵਿੱਚ ਉਹਦਾ ਸੰਚਾਰ ਹੋ ਜਾਵੇਗਾ। ਜਦੋਂ ਸਤਿਗੁਰੂ ਸਾਹਿਬ ਜੀ ਦੇ ਨਾਮ ਬਾਣੀ ਨੂੰ ਸੁਣੇਗਾ, ਜਦੋਂ ਅਸੂ ਦੇ ਮਹੀਨੇ ਦੁਆਰਾ ਇਹ ਚਿੱਤ ਵਿੱਚ ਗੰਢ ਦੇ ਲਵੇਂਗਾ, ਇਹ ਮਹੀਨਾ ਪਰਮੇਸ਼ਰ ਵਾਹਿਗੁਰੂ ਦੀ ਕੀਰਤੀ ਸੁਣਨ ਵਾਸਤੇ ਮਿਲਿਆ ਹੈ। ਸੁਣਨਾ ਕਰ, ਤੇਰੇ ਹਿਰਦੇ ਵਿੱਚ ਪ੍ਰੇਮ ਲੱਗੇਗਾ। ਕਿਉਂ ਮਿਲੀਐ ਹਰ ਜਾਏ। ਜਿਵੇਂ ਪਤਨੀ ਦੇ ਚਿੱਤ ਵਿੱਚ ਜਿਹੜੀ ਵਿਛੋੜੇ ਵਾਲੀ ਹੈ, ਚਿੱਤ 'ਚ ਉਤਸ਼ਾਹ ਬਣਿਆ ਹੋਇਆ ਕਿ ਕਿਵੇਂ ਮਿਲਾਂ ਜਾ ਕਰਕੇ ਆਪਣੇ ਪਤੀ ਪਿਆਰੇ ਨੂੰ। ਵਿਛੋੜੇ ਵਾਲਿਆਂ ਦਾ ਵੀ ਦੁੱਖ ਅਵਸਥਾ ਦੱਸੀ ਹੈ। ਇੱਕ ਤੇ ਉਹ ਨੇ ਜਿਹੜੀਆਂ ਭਾਈ ਪਤੀ ਦੇ ਵਿਛੋੜੇ ਵਿੱਚ ਭਾਵੇਂ ਝੂਰਦੀਆਂ ਤੇ ਹਨ, ਪਰ ਕਾਰ ਵਿਹਾਰਾਂ 'ਚ ਲੱਗ ਕਰਕੇ ਫਿਰ ਭੁੱਲ ਜਾਂਦੀਆਂ ਨੇ। ਇੱਕ ਉਹ ਨੇ ਜਿਹੜੀਆਂ ਵਿਛੋੜੇ ਵਿੱਚ ਆਪਣੇ ਸਰੀਰ ਨੂੰ ਸੁਕਾ ਲੈਂਦੀਆਂ ਨੇ। ਤੀਸਰੀਆਂ ਇਹੋ ਜਿਹੀਆਂ ਨੇ ਜਿਹੜੀਆਂ ਭਾਈ ਵਿਛੋੜੇ ਵਿੱਚ ਜਦੋਂ ਵਿਛੋੜਾ ਹੋਇਆ ਉਸੇ ਸਮੇਂ ਸਰੀਰ ਹੀ ਤਿਆਗ ਜਾਂਦੀਆਂ, ਛੱਡ ਹੀ ਦਿੰਦੀਆਂ, ਸਰੀਰ ਰਹਿੰਦਾ ਹੀ ਨਹੀਂ ਸਰੀਰ। ਇਸ ਤਰੀਕੇ ਦੇ ਨਾਲ ਗੁਰਸਿੱਖਾਂ ਦੀ ਜਿਹੜੇ ਜਗਿਆਸੂ ਨੇ ਉਹਨਾਂ ਦੀ ਵੀ ਅਵਸਥਾ ਹੈ। ਇੱਕ ਤੇ ਉਹ ਨੇ ਜਿਨ੍ਹਾਂ ਨੂੰ ਖਿਆਲ ਆਉਂਦਾ ਹੈ ਉਦੋਂ ਵਿਰਾਗ ਬੜਾ ਕਰਦੇ ਨੇ, ਐਵੇਂ ਅਜਾਈ ਉਮਰ ਬਤੀਤ ਹੁੰਦੀ ਜਾਂਦੀ, ਪਰ ਜਦੋਂ ਕਾਰਾਂ ਵਿਹਾਰਾਂ 'ਚ ਲੱਗੇ ਸਭ ਕੁਝ ਹੀ ਭੁੱਲ ਗਿਆ। ਇੱਕ ਦੂਸਰੇ ਨੇ ਝੂਰਦੇ ਤੇ ਹਨ, ਝੂਰ ਕੇ ਸਰੀਰ ਤੇ ਸੁਕਾ ਲਿਆ, ਪਰ ਸੰਗਤ ਵਿੱਚ ਜਾਣ ਦਾ ਸਮਾਂ ਹੀ ਨਹੀਂ। ਤੀਸਰੇ ਉਹ ਨੇ ਜੇ ਸੰਗਤ ਨਹੀਂ ਮਿਲਦੀ ਤੇ ਫਿਰ ਬੇਨਤੀ ਕਰ ਦਿੰਦੇ, ਮਹਾਰਾਜ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਉਹਨਾਂ ਦੀ ਅਵਸਥਾ ਐਸੀ ਬਣੀ ਹੋਈ ਹੈ ਜੀ।
ਮਹਾਰਾਜ ਕਹਿੰਦੇ ਐਸਾ ਪ੍ਰੇਮ ਕਰ ਜਿਨ੍ਹਾਂ ਨੂੰ ਪ੍ਰੇਮ ਲੱਗਾ। ਉਹ ਵਿਚਾਰ ਕਰਦੇ ਕਿਵੇਂ ਪਰਮੇਸ਼ਰ ਨੂੰ ਮਿਲ ਗਏ ਜੀ। ਮਨ ਤਨ ਪਿਆਸ ਦਰਸ਼ਨ ਘਣੀ, ਮਨ ਕਰਕੇ ਵੀ ਤਨ ਸਰੀਰ ਕਰਕੇ ਵੀ ਘਣੀ ਪਿਆਸਾ ਲੱਗੀ ਹੋਈ ਹੈ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਸ਼ਨਾਂ ਦੇ ਜੀ। ਕੋਈ ਆਣ ਮਿਲਾਵੇ ਮਾਏ। ਉਹ ਬੇਨਤੀ ਕਰਦੇ ਨੇ, ਹੇ ਸਤਿਗੁਰੂ ਸਾਹਿਬ ਜੀ ਆਪ ਸਾਡੇ ਮਾਤਾ ਦੀ ਨਿਆਈ, ਮਾਏ ਨਾਮ ਮਾਤਾ ਦਾ। ਇਹ ਮਹਾਰਾਜ ਮਾਤਾ ਰੂਪ ਹੋ ਕਰਕੇ, ਕਿਉਂਕਿ ਬੇਨਤੀ ਕੀ ਸਿੱਖਦੀ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭੌਕੇ ਹਾਕਾੜਾ ਜੀ। ਮਹਾਰਾਜ ਤੁਸੀਂ ਮਾਤਾ ਰੂਪ ਹੋ ਕਰਕੇ ਸਾਨੂੰ ਮਿਲਾ ਦੇਵੋ। ਜੇ ਪਿਤਾ ਨਾ ਮਿਲਦਾ ਹੋਵੇ ਤੇ ਮਾਂ ਦੀ ਸਿਫਾਰਿਸ਼ ਬਹੁਤੀ ਚੱਲ ਜਾਂਦੀ। ਆਪ ਸਾਡੇ ਮਾਤਾ ਸਰੂਪ ਵੀ ਹੋ, ਆਪ ਕਿਰਪਾ ਕਰਕੇ ਸਾਨੂੰ ਮਿਲਾਵੋ ਜੀ। ਸੰਤ ਸਹਾਈ ਪ੍ਰੇਮ ਕੇ, ਸੋ ਕਿੱਥੋਂ ਬਖਸ਼ਿਸ਼ ਹੋਵੇਗੀ? ਮਹਾਰਾਜ ਬਖਸ਼ਿਸ਼ ਕਰਦੇ ਜਿਹੜੇ ਸੰਤ ਨੇ ਨਾ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਸੰਤ। ਪਰਮੇਸ਼ਰ ਵਾਹਿਗੁਰੂ ਆਪ ਵੀ ਹੈ, ਜਿਹੜਾ ਭਾਈ ਆਪ ਕਿਰਪਾ ਕਰਕੇ, ਰਹਿਮਤ ਕਰਕੇ, ਦਿਆਲਤਾ ਕਰਕੇ ਸਾਨੂੰ ਵਾਹਿਗੁਰੂ ਮੰਤਰ ਦੀ ਦਾਤ ਦੇਣ ਵਾਲਾ, ਉਹ ਸੰਤ ਪਰਮੇਸ਼ਰ ਆਪ ਵੀ ਹੈ। ਦੂਸਰੇ ਸੰਤ ਜਿੰਨਾ ਸਾਸ ਗਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਜਿਹੜੇ ਪੂਰਨ ਸੰਤ ਆ ਮਹਾਤਮਾ, ਉਹ ਭਾਈ ਪ੍ਰੇਮ ਦੇ ਰੰਗ ਨੂੰ ਲਾਉਣ ਵਾਲੇ ਹਨ, ਉਹ ਸਹਾਇਤਾ ਕਰਨ ਵਾਲੇ ਹਨ। ਹਉ ਤਿਨ ਕੈ ਲਾਗਾਂ ਪਾਏ। ਮਹਾਰਾਜ ਜੀ ਆਪ ਬਖਸ਼ਿਸ਼ ਕਰੋ, ਰਹਿਮਤ ਕਰੋ, ਮੈਂ ਉਹਨਾਂ ਦੇ ਚਰਨਾਂ ਨਾਲ ਲੱਗ ਜਾਵਾਂ, ਮੇਰੇ ਉਹਨਾਂ ਦੇ ਚਰਨਾਂ ਨਾਲ ਪ੍ਰੀਤ ਬਣ ਜਾਵੇ, ਆਪ ਜੀ ਦੇ ਚਰਨਾਂ ਨਾਲ ਸਾਡਾ ਪ੍ਰੇਮ ਪੈ ਜਾਵੇ ਜੀ। ਵੇਣ ਪ੍ਰਭ ਕਿਉਂ ਸੁਖ ਪਾਈਐ। ਜੇ ਮਹਾਰਾਜ ਪੁੱਛਣ ਸਿੱਖਾ ਇੰਨੀ ਜਿੱਦ ਕਾਹਦੀ ਹੈ ਭਲਾ ਤੇਰੀ? ਕਹਿੰਦੇ ਬੇਨਤੀ ਕਰੀ ਵੇਣ ਪ੍ਰਭ ਕਿਉਂ ਸੁਖ ਪਾਈਏ। ਪਾਤਸ਼ਾਹ ਆਪ ਜੀ ਤੋਂ ਬਿਨਾਂ ਕਿਵੇਂ ਸੁਖ ਮਿਲ ਸਕਦਾ? ਮੈਂ ਬੜਾ ਇਤਿਹਾਸ ਆਪ ਜੀ ਦਾ ਪੜ੍ਹ ਕੇ ਵੇਖਿਆ, ਜਿੰਨਾ ਚਿਰ ਆਪ ਜੀ ਦੇ ਮਲਾਪੀ, ਆਪ ਜੀ ਦੇ ਪਿਆਰੇ ਸਿੱਖ ਨਹੀਂ ਹੋਏ, ਮਹਾਰਾਜ ਸੁੱਖਾਂ ਦੀ ਪ੍ਰਾਪਤੀ ਨਹੀਂ ਹੋਈ। ਮਹਾਰਾਜ ਆਪ ਜੀ ਦੀ ਸਿੱਖੀ ਏਡੀ ਮਹਾਨ, ਭਾਈ ਨੰਦ ਲਾਲ ਜੀ ਵਰਗੇ ਗੁਰਸਿੱਖਾਂ ਨੂੰ ਪੁੱਛਿਆ ਕਿਸੇ ਨੇ, ਕਹਿਣ ਲੱਗੇ ਉਹ ਇੱਕ ਪਾਸੇ ਔਰੰਗਜ਼ੇਬ ਦੇ ਘਰ ਦੀ ਸੇਵਾ, ਉੱਥੇ ਬੈਠ ਕਰਕੇ ਵੱਡੀਆਂ ਵਜ਼ਾਰਤਾਂ ਨੂੰ ਮਾਣ ਰਹੇ ਸੀ, ਇੱਕ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲੰਗਰ ਦੇ ਭਾਂਡੇ ਮਾਂਜੀ ਜਾਂਦੇ ਜੇ, ਦੋਵਾਂ 'ਚ ਆਨੰਦ ਕਿੱਥੇ ਹੈ? ਤਾਂ ਆਪ ਮਹਾਰੇ ਬੋਲ ਪਏ, ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ। ਕਿਉਂ ਸੇਵਾ ਕਰਦੇ ਜੇ? ਕਹਿੰਦੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਕਹਿੰਦੇ ਇਹ ਤੇ ਸਤਿਗੁਰੂ ਸਾਹਿਬ ਜੀ ਦੇ ਦਰ ਦੇ ਜਿਹੜੇ ਲੰਗਰ ਦੇ ਭਾਂਡੇ ਮਾਂਜਣੇ ਨੇ, ਇਹੋ ਹੀ ਸਾਡੀ ਜ਼ਿੰਦਗੀ ਦਾ ਵੱਡਾ ਗਹਿਣਾ ਹੈ। ਐਸੇ ਮਹਾਰਾਜ ਆਪ ਜੀ ਤੋਂ ਬਿਨਾਂ ਕਿਵੇਂ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ? ਜਿਨ੍ਹਾਂ ਆਪ ਜੀ ਦੇ ਚਰਨਾਂ ਦੀ ਪ੍ਰੀਤ ਕੀਤੀ ਉਹ ਸੁਖੀ ਹਨ। ਦੂਜੀ ਨਾਹੀ ਜਾਏ। ਜਿਹੜੇ ਭਾਈ ਨਹੀਂ ਆਏ ਉਹਨਾਂ ਦੇ ਅੰਦਰੋਂ ਦਵੈਤ ਨਹੀਂ ਜਾਂਦੀ। ਜਿਨ੍ਹਾਂ ਗੁਰੂ ਕੇ ਚਰਨਾਂ ਨੂੰ ਪ੍ਰਾਪਤ ਨਹੀਂ ਕੀਤਾ, ਆ ਦਵੈਤ ਬਣੀ ਹੋਈ ਹੈ ਨਾ। ਜਿਹੜੇ ਅੰਮ੍ਰਿਤਧਾਰੀ ਨਹੀਂ ਹੋਏ, ਅਜੇ ਖੰਡੇ ਬਾਟੇ ਦੀ ਪੌਲ ਨਹੀਂ ਲਈ ਤੇ ਦਵੈਤ 'ਚ ਹੀ ਲੱਗੇ ਆ ਕਿ ਕਿਹੜੀ ਸਮਾਧ ਤੇ ਵੀਰਵਾਰ ਜਾ ਕੇ ਦੀਵਾ ਜਗਾਈਏ। ਸ਼ਨੀ ਨੂੰ ਤੇਲ ਪਾਉਣਾ ਚੰਗਾ ਤੇ ਜਾਂ ਭਾਈ ਸਮਾਧ ਤੇ ਜਾ ਕੇ ਤੇਲ ਪਾਉਣਾ ਚੰਗਾ, ਇਹੋ ਹੀ ਦੁਬਿਧਾ ਬਣੀ ਹੋਈ ਹੈ। ਪਰ ਦੂਜੇ ਪਾਸੇ ਖਾਲਸੇ ਤੇ ਬਖਸ਼ਿਸ਼ ਕਰ ਦਿੱਤੀ, ਦਵੈਤ ਚੌਕੀ ਦਿੱਤੀ ਸਾਰੀ। ਹੁਣ ਕਿਸੇ ਪੰਡਤ ਕੋ ਸਾਹਾ ਕਢਾਉਣ ਦੀ ਲੋੜ ਨਹੀਂ, ਕੋਈ ਨਗ ਪਾਉਣ ਦੀ ਲੋੜ ਨਹੀਂ, ਕਿਸੇ ਨੂੰ ਹੱਥ ਵਿਖਾਉਣ ਦੀ ਲੋੜ ਨਹੀਂ ਤੇ ਕਿਤੇ ਜਾਣ ਦੀ ਲੋੜ ਨਹੀਂ। ਹੁਣ ਤੇ ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੌਰ ਮੜੀ, ਮਟ ਭੂਲ ਨਾ ਮਾਨੇ ਦੀ ਅਵਸਥਾ ਪ੍ਰਾਪਤ ਹੋ ਗਈ ਹੈ। ਹੁਣ ਅਵਸਥਾ ਬਣ ਗਈ ਹੈ, ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਏਕੰਕਾਰ। ਜਿਨੀ ਚਾਖਿਆ ਪ੍ਰੇਮ ਰਸ। ਜਿਨ੍ਹਾਂ ਨੇ ਭਾਈ ਐਸੇ ਪ੍ਰੇਮ ਦੇ ਰਸ ਨੂੰ ਚਖਣਾ ਕੀਤਾ ਹੈ ਗੁਰੂ ਦੁਆਰੇ ਆਣ ਕਰਕੇ, ਸੇ ਤ੍ਰਿਪਤ ਰਹੇ ਆਗਾਏ। ਉਹ ਤ੍ਰਿਪਤ ਹੋ ਗਏ ਨੇ, ਰੱਜ ਗਏ ਹਨ, ਉਹਨਾਂ ਨੂੰ ਦੁਬਾਰਾ ਭੁੱਖ ਨਹੀਂ ਲੱਗਦੀ। ਉਹ ਤ੍ਰਿਪਤ ਹੋ ਗਏ ਨੇ। ਸਾਹਿਬ ਬਾਬਾ ਮਰਦਾਨਾ ਜੀ ਵਰਗੇ ਗੁਰਸਿੱਖ ਉਹ ਤ੍ਰਿਪਤ ਹੋ ਗਏ ਨੇ। ਭਾਈ ਪਾਰੋ ਜੀ ਵਰਗੇ ਗੁਰਸਿੱਖ ਉਹ ਤ੍ਰਿਪਤ ਹੋ ਗਏ ਨੇ। ਸਾਹਿਬ ਬਾਬਾ ਬੁੱਢਾ ਸਾਹਿਬ ਜੀ ਵਰਗੇ ਪਿਆਰੇ ਗੁਰਸਿੱਖ ਉਹ ਤ੍ਰਿਪਤ ਹੋ ਰਹੇ ਹਨ, ਜਿਨ੍ਹਾਂ ਨੂੰ ਪ੍ਰੇਮ ਰੰਗ ਲੱਗ ਗਿਆ ਹੈ ਜੀ। ਆਪ ਤਿਆਗ ਬਿਨਤੀ ਕਰਹਿ। ਮਹਾਰਾਜ ਮੈਨੂੰ ਦੱਸੋ ਮੈਂ ਕੀ ਕਰਾਂ? ਕਹਿੰਦੇ ਅਰਦਾਸ ਕਰਿਆ ਕਰ। ਮਹਾਰਾਜ ਅਰਦਾਸ ਕਿਵੇਂ ਕਰਾਂ? ਕਹਿੰਦੇ ਆਪਾ ਭਾਵ ਤਿਆਗ ਕਰਕੇ, ਆਪਣੇ ਗੁਣਾਂ ਦਾ ਹੰਕਾਰ ਛੱਡ ਕੇ ਗੁਰਸਿੱਖਾ ਬੇਨਤੀ ਕਰ।
ਜਿਹੜੇ ਗੁਣ ਨੇ ਨਾ, ਇਹਨਾਂ ਦੇ ਹੰਕਾਰ ਨੂੰ ਪਾਸੇ ਰੱਖ ਕੇ ਇਹ ਨਾ ਦੱਸੀ ਕਿ ਮਹਾਰਾਜ ਮੈਂ ਆ ਵੀ ਕਰ ਲੈਣਾ, ਆ ਵੀ ਕਰ ਲੈਣਾ। ਇੱਥੇ ਆਣ ਕੇ ਤੇ ਇਹ ਤੈਨੂੰ ਕਹਿਣਾ ਪਵੇਗਾ, ਮੈਂ ਨਾਹੀ ਕਛ ਹੋ ਨਾਹੀ ਕਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਮਹਾਰਾਜ ਜੀ ਮੇਰੀ ਆਪਣੀ ਕਰਤੂਤ ਹੈ ਹੀ ਕੋਈ ਨਹੀਂ। ਜੇ ਤੇ ਮੇਰੀ ਕਰਤੂਤ ਪੁੱਛਦੇ ਜੇ ਤੇ ਮੈਨੂੰ ਤੇ ਹਰ ਥਾਂ ਤੋਂ ਧੱਕੇ ਹੀ ਪਏ ਨੇ, ਧੱਕੇ ਹੀ। ਜਿੱਥੇ ਗਿਆਨੀ ਬਣ ਕੇ ਸਿਆਣਾ ਬਣ ਲੱਗਾ ਉਹਨਾਂ ਆਖਿਆ ਜਾ ਚਲਾ ਜਾ, ਤੈਨੂੰ ਕੱਖ ਨਹੀਂ ਆਉਂਦਾ। ਪਾਤਸ਼ਾਹ ਆਪ ਕਿਰਪਾ ਕਰੋ। ਆਪਾ ਭਾਵ ਧੰਨ ਗੁਰਦੇਵ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਆਪਾ ਭਾਵ ਛੱਡ ਕੇ ਗੁਰਸਿੱਖਾ ਬੇਨਤੀ ਕਰ। ਲੇਹੋ ਪ੍ਰਭੂ ਲੜ ਲਾਏ। ਕੀ ਬੇਨਤੀ ਕਰਨੀ ਆ? ਕਲਗੀਆਂ ਵਾਲੇ ਪਿਤਾ ਸਤਿਗੁਰੂ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਮੈਂ ਬੜਿਆਂ ਥਾਵਾਂ ਤੋਂ ਭਟਕ ਕੇ ਆਇਆ, ਜੇ ਕਿਰਪਾ ਕਰ ਮੈਨੂੰ ਮਹਿਮਾ ਮੈਂ ਆਪ ਜੀ ਦੇ ਦਰ ਦੀ ਸੁਣੀਏ। ਮੇਰੇ ਪਾਤਸ਼ਾਹ ਜਿਹੜਾ ਤੇਰੀ ਕੰਨੀ ਫੜ ਲਵੇ ਨਾ, ਉਹਦੀ ਬੰਦੀ ਛੁੱਟ ਜਾਂਦੀ ਬੰਦੀ। ਮੈਂ ਇਹ ਸੁਣਿਆ ਏ ਜਿਹੜੇ 52 ਨੇ ਤੇਰੀ ਕੰਨੀ ਫੜ ਲਈ ਤੇਰੇ ਚੋਲੇ ਦੀ, ਪਾਤਸ਼ਾਹ ਉਹ ਪ੍ਰਤੱਖ ਜੇਲ੍ਹ ਤੋਂ ਛੁੱਟ ਗਏ। ਮੈਂ ਵਕਾਰਾਂ ਰੂਪੀ ਜਿਹੜੇ ਵਕਾਰ ਨੇ ਨਾ 5, ਇਹਨਾਂ ਨੇ ਮਹਾਰਾਜ ਮੈਨੂੰ ਕੈਦ ਚ ਪਾਇਆ ਹੋਇਆ। ਕਿਰਪਾ ਕਰ ਆਪਣਾ ਲੜ ਦੇ ਕਰਕੇ, ਆਪਣੀ ਕੰਨ ਆਪਣਾ ਪੱਲਾ ਫੜਾ ਕਰਕੇ ਮੈਨੂੰ ਛਡਾ ਲੈਣਾ ਕਰ। ਜੋ ਹਰ ਕੰਤ ਮਿਲਾਈਆ। ਜਿਹੜੀਆਂ ਭਾਈ ਜਿਹੜੀਆਂ ਇਹੋ ਜੀਆਂ ਸਤਵੰਤੀ ਇਸਤਰੀਆਂ ਨੇ ਜਿਨ੍ਹਾਂ ਨੂੰ ਪਤੀ ਪਰਮੇਸ਼ਰ ਨੇ ਮਿਲਾ ਲਿਆ ਹੈ, ਸੇ ਵਿਛੜ ਕਤਹੇ ਨਾ ਜਾਏ। ਉਹਨਾਂ ਨੂੰ ਫਿਰ ਵਿਛੋੜਾ ਨਹੀਂ ਪੈਂਦਾ। ਉਹ ਵਿਛੋੜੇ ਵਾਲੀਆਂ ਅਭਾਗਣਾ ਨਹੀਂ ਅਖਵਾਉਂਦੀਆਂ ਜੀ। ਪ੍ਰਭ ਵਿਣ ਦੂਜਾ ਕੋ ਨਹੀਂ। ਇਸ ਕਰਕੇ ਇੱਕ ਪਰਮੇਸ਼ਰ ਵਾਹਿਗੁਰੂ ਦੇ ਅੱਗੇ ਅਰਦਾਸ ਕਰ, ਪਾਤਸ਼ਾਹ ਤੇਰੇ ਤੋਂ ਬਿਨਾ ਮੇਰਾ ਦੂਜਾ ਹੈ ਹੀ ਕੋਈ ਨਹੀਂ। ਜੇ ਕਹਿਣ ਕਿਤੇ ਹੋਰੋਂ ਮੰਗ ਲਾ, ਇਹ ਨਹੀਂ ਕਿ ਆਪੇ ਚਲੇ ਗਏ ਗੁਰੂ ਪੀਰ ਇੱਕੋ ਨੇ, ਨਹੀਂ ਭਾਈ, ਗੁਰੂ ਗੁਰੂ ਹੈ। ਗੁਰੂ ਅੱਗੇ ਅਰਦਾਸ ਕਰ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੇਰੇ ਤੋਂ ਬਿਨਾ ਸਾਡਾ ਦੂਜਾ ਹੈ ਹੀ ਕੋਈ ਨਹੀਂ। ਹੋਵੇਗਾ ਕਿਸੇ ਹੀ ਕੋਈ ਕੋਏ, ਮੰਝ ਨਮਾਣੀ ਇੱਕ ਤੂੰ, ਕਿਉਂ ਨਾ ਮਰੀਜਾ ਰੋਏ, ਜਾ ਲਗ ਚਿੱਤ ਨਾ ਆਵੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਤੋਂ ਬਿਨਾ ਸਾਡਾ ਕੋਈ ਹੈ ਹੀ ਨਹੀਂ। ਨਾਨਕ ਹਰ ਸ਼ਰਣਾਏ। ਇਸ ਕਰਕੇ ਮਹਾਰਾਜ ਅਸੀਂ ਆਪ ਜੀ ਦੀ ਸ਼ਰਨ ਪ੍ਰਾਪਤ ਕੀਤੀ, ਆਪ ਆਪਣੀ ਸ਼ਰਨ ਵਿੱਚ ਲਾਉਣਾ ਕਰੋ। ਅਸੂ ਸੁਖੀ ਵਸੰਦੀਆਂ। ਮਹਾਰਾਜ ਬਖਸ਼ਿਸ਼ ਕਰਦੇ ਨੇ, ਕਹਿੰਦੇ ਇਹੋ ਜੀਆਂ ਸੁਹਾਗਵੰਤੀਆਂ ਸੁਹਾਗਣਾ, ਇਹੋ ਜਿਹੇ ਪ੍ਰੇਮੀ ਸਿੱਖ, ਕਹਿੰਦੇ ਉਹ ਅੱਸੂ ਦੇ ਮਹੀਨੇ ਦੁਆਰਾ ਸੁਖੀ ਵਸਦੇ ਹਨ। ਕਿਹੜੇ ਜੇ? ਜਿਨ੍ਹਾਂ ਮਇਆ ਹਰ ਰਾਏ। ਜਿਨ੍ਹਾਂ ਤੇ ਹਰੀ ਰਾਏ ਪਰਮੇਸ਼ਰ ਵਾਹਿਗੁਰੂ ਜਿਨ੍ਹਾਂ ਤੇ ਦਿਆਲ ਹੋ ਗਿਆ ਹੈ, ਜਿਨ੍ਹਾਂ ਤੇ ਮਇਆ ਕਰ ਦਿੱਤੀ ਹੈ, ਜਿਨ੍ਹਾਂ ਤੇ ਰਹਿਮਤ ਕਰਕੇ ਆਪਣੇ ਦਰੋਂ ਘਰੋਂ ਗੁਰਸਿੱਖੀ ਬਖਸ਼ਿਸ਼ ਕਰ ਦਿੱਤੀ, ਉਹ ਫਿਰ ਅੱਸੂ ਦੇ ਮਹੀਨੇ ਦੁਆਰਾ ਸੁਖੀ ਹਨ। ਜਿਨ੍ਹਾਂ ਨੂੰ ਆਪਣੇ ਦਰੋਂ ਘਰੋਂ ਨਾਮ ਬਾਣੀ ਦੀ ਦਾਤ ਬਖਸ਼ੀ। ਅਸੀਂ ਵੀ ਬੇਨਤੀ ਕਰੀਏ, ਕਿਰਪਾਲੂ ਜੀ ਕਿਰਪਾ ਕਰੋ। ਬਹੁਤ ਜਨਮ ਬਿਸ਼ਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਸਾਡੇ ਤੇ ਵੀ ਰਹਿਮਤ ਕਰੋ, ਕਿਰਪਾ ਕਰੋ ਜੀ। ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ, ਆਗਾਹਾਂ ਤੋਂ ਸਮਤ ਬਖਸ਼ਣੇ ਜੇ। ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰ ਸਰਣਾਏ। ਅਸੂ ਸੁਖੀ ਵਸੰਦੀਆ, ਜਿਨ੍ਹਾਂ ਮਇਆ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।